करो जी। वाहिगुरु एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु 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 वाहिगुरु। राख पिता गुर मेरे मोहे निर्गुण सब गुण तेरे। राख पिता गुर मेरे प्रभ मेरे बेटा राख पिता प्रभ मेरे। पंच बिखादी एक गरीबा राखो राखन हारे। खेद करें अर बहुत संतावें आयो शरण तुहारे। कर कर हार्यो अनिक बहु भांति छोड़ें कतहु नाही। एक बात सुन ताकि ओटा साध संग मिट जाही। कर कृपा संत मिले मोहे तिनते तीरज पाया। संती मंत दियो मोहे निरभउ गुर का शब्द कमाया। जीत लए ओए महाबिखादी सहज सुहेली बानी। कहो नानक मन पया परगासा पाया पद निर्बानी। जीत लए ओए महाबिखादी सहज सुहेली बानी। नानक मन पया परगासा पाया पद निर्बानी। राख पिता प्रभ मेरे मोहे निर्गुण सब गुण तेरे। राख पिता प्रभ मेरे। वाहिगुरु जी का खालसा वाहिगुरु जी की फतेह। I can see one entry on iPhone. I cannot identify. If someone can tell who is iPhone. जी खालसा वाहिगुरु जी की फतेह। मैं सिमरनजोत दी मदर अपने फोन तो कर रही हूं। अच्छा 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 ठीक है जी। सॉरी मैं भूल गया सीगा जी। सिमरनजोत दी मदर ठीक नहीं सी ते मैं बता रही थी। ओके सिमरन आज बिजी है थोड़ी उनदी सेहत ठीक नहीं सीगी। ओके चलो ठीक है। हाँ जी ਸੋਦਰ ਦੀ ਬਾਣੀ ਨੂੰ ਅਸੀਂ ਅੱਜ ਕੱਲ ਵਿਚਾਰ ਅਧੀਨ ਕਰ ਰਹੇ ਹਾਂ। ਬਾਣੀ ਦੇ ਵਿੱਚ ਅਸੀਂ ਇਹ ਦੇਖਣਾ ਹੈ ਔਰ ਅਸੀਂ ਦੁਬਾਰਾ ਸ਼ੁਰੂ ਕੀਤਾ ਹੈ। ਜਿੰਨੀ ਵਾਰੀ ਵੀ ਅਸੀਂ ਪੜ੍ਹਦੇ ਹਾਂ ਸਾਹਿਬ ਮੇਰਾ ਨੀਤ ਨਵਾਂ ਸਾਨੂੰ ਲੱਗਦਾ ਹੈ
2 ਸ਼ਬਦ ਅਸੀਂ ਕੀਤੇ ਨੇ ਤੇ ਕਿਉਂਕਿ ਇਹ ਕਲਾਸ ਕਾਫੀ ਹੁਣ ਐਕਸਪੀਰੀਅੰਸਡ ਹੋ ਚੁੱਕੀ ਹੈ ਤੇ ਮੇਰੀ ਬੇਨਤੀ ਸੀਗੀ ਭਈ ਤੁਸਾਂ ਨੇ ਕਿਹਾ ਕਿ ਅਸੀਂ ਫਾਰਮੈਟ ਏਦਾਂ ਕਰ ਲਈ, ਅਸੀਂ ਕਰ ਲਿਆ, ਪਰ ਹੁਣ ਇੱਕ ਗੱਲ ਜ਼ਰੂਰ ਕਰੋ ਭਈ ਜ਼ਰੂਰੀ ਨਹੀਂ ਹੈ ਕਿ ਅਸੀਂ ਇਨਪੁਟ ਦੇਣੀ ਹੁੰਦੀ। ਇੱਕ ਲਫ਼ਜ਼ ਅਸੀਂ ਫੜ ਕੇ ਬਹਿ ਜਾਂਦੇ ਹਾਂ ਕਈ ਵਾਰੀ। ਸਾਡਾ ਕਿਰਦਾਰ ਜਦੋਂ ਅਸੀਂ ਐਕਸਕਿਊਜ਼ ਮੀ ਸੱਚਿਆਰ ਦੇ ਰਾਹ ਤੇ ਤੁਰਦੇ ਪਏ ਹਾਂ, ਹੁਣ ਮੈਂ ਰੋਡ ਤੇ ਜਾ ਰਿਹਾ ਤੇ ਰਸਤੇ 'ਚ ਕਈ ਤਰ੍ਹਾਂ ਦੇ ਬਿਲ ਬੋਰਡਸ ਆਉਂਦੇ ਹੈ ਔਰ ਟ੍ਰੈਫਿਕ ਜੈਮ ਹੈ ਤੇ ਅਸੀਂ ਕਈ ਲੋਕਾਂ ਨੂੰ ਦੇਖਦੇ ਹਾਂ, ਉਹਨਾਂ ਦੇ ਬਾਰੇ ਆਬਜ਼ਰਵੇਸ਼ਨ ਆਪਣੀ ਬਣਾਉਂਦੇ ਹਾਂ। We all have our own analysis about them. ਇਸੇ ਤਰ੍ਹਾਂ ਜਦੋਂ ਸੱਚਿਆਰ ਬਣਨ ਦੇ ਰਸਤੇ ਤੇ ਅਸੀਂ ਗੁਰਬਾਣੀ ਨੂੰ ਬਾਰ-ਬਾਰ ਪੜ੍ਹਦੇ ਪਏ ਹਾਂ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਹੈ ਤੇ ਮੇਰੀ ਇਟ ਇਜ਼ ਇੰਪੈਰੇਟਿਵ ਔਨ ਮਾਈ ਪਾਰਟ ਕਿ ਅੱਜ ਮੈਂ ਜਿਹੜਾ ਸ਼ਬਦ ਕੀਤਾ, ਅਸੀਂ ਕੀ ਕਰਦੇ ਹਾਂ, ਸਾਡੀ ਸਾਈਕੀ ਹੈ ਕਿ ਉਹ ਇਹ ਕੀਤਾ ਹੋਇਆ। ਜੇ ਕਿਸੇ ਨੂੰ ਕੁਝ ਇਹ ਸ਼ਬਦ ਕਰੀਏ ਦੁਆਰਾ, ਨਹੀਂ ਇਹ ਤੇ ਕੀਤਾ ਹੋਇਆ, ਕੁਝ ਹੋਰ ਕਰੀਏ। ਉਹ ਜਿਹੜਾ ਕੀਤਾ ਹੋਇਆ ਹੈ ਉਹਨੂੰ ਕਮਾ ਲਿਆ, ਤੇ ਜੇ ਨਹੀਂ ਕਮਾਇਆ ਤੇ ਕਦੋਂ ਕਮਾਣਾ ਹੈ? ਖੌਰੇ ਰੱਬ ਜੀ ਨੇ ਕਿਸੇ ਦੇ ਥਾਣੀ ਮੇਰੇ ਕੰਨਾਂ 'ਚ ਪਾਇਆ ਹੋਵੇ ਜੀ ਕਿ ਇਹਨੂੰ ਅਸੀਂ ਦੁਬਾਰਾ ਕਰਨਾ। ਕਹਿਣ 'ਚ ਕੋਈ ਹਰਜ ਨਹੀਂ ਹੈ, ਕੋਈ ਗੁਨਾਹ ਨਹੀਂ ਹੈ ਕਿ ਕੀਤਾ ਹੋਇਆ, ਪਰ ਉਹਦੀ ਜਿਹੜਾ ਰਿਐਕਸ਼ਨ ਹੈ ਮੇਰਾ, ਉਹ ਬਲੌਕ ਨਾ ਕਰੇ ਕੀਤਾ ਹੋਇਆ ਚਲੋ ਦੁਬਾਰਾ ਕਰ ਲੈਂਦੇ ਆ, ਏਦਾਂ ਕਰਿਆ ਕਰੀ। ਇੱਕ ਦੂਜੀ ਬੇਨਤੀ ਕਿ ਇਨਪੁਟ ਲਫ਼ਜ਼ ਮੈਂ ਸ਼ਾਇਦ ਗਲਤ ਵਰਤਦਾ ਰਿਹਾ। ਜੇ ਮੈਂ ਇਹ ਕਹਾਂ ਕਿ ਅੱਜ ਦੇ ਅਸੀਂ ਸ਼ਬਦ ਪੜ੍ਹ ਲਈਏ, ਜਦੋਂ ਅਸੀਂ ਵਿਚਾਰ ਕਰ ਚੁੱਕਾਂਗੇ ਤੇ ਔਰ ਅਸੀਂ ਉਹਨੂੰ ਸਫੀਸ਼ੀਐਂਟ ਟਾਈਮ 'ਚ ਕਰਿਆ ਕਰਾਂਗੇ, ਆਪਾਂ ਦੁਬਾਰਾ ਸ਼ਬਦ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ ਮੇਰੀ, ਕਿਉਂਕਿ ਸ਼ਬਦ ਦੀ ਵਿਚਾਰ ਤੇ ਹੋ ਗਈ। ਮੈਂ ਸਵਾਲ ਇਹ ਲੈਣਾ ਹੈ, ਮੈਂ ਪਾਇਆ ਵੀ ਇਹ ਕਰਨਾ ਹੈ ਕਿ what is ਇਹ ਕਰਨਾ, what is my take from today's ਸ਼ਬਦ। ਮੈਂ ਔਰ ਇਹੀ ਆਪਾਂ ਜ਼ਿੰਦਗੀ ਦੇ ਵਿੱਚ ਇਸ ਰੱਦੇ ਅਮਲ ਨੂੰ ਅਪਣਾਉਣਾ ਹੈ ਕਿ ਮੈਂ ਬਾਣੀ ਸੁਣੀ ਹੈ, ਮੈਂ ਬਾਣੀ ਪੜ੍ਹੀ ਹੈ, ਬਾਣੀ ਵਿਚਾਰੀ ਹੈ, ਬਾਣੀ ਗਾਵੀ ਹੈ, ਤੇ ਮੇਰਾ what am I taking home, ਮੈਂ ਕੀ ਲੈ ਕੇ ਜਾਣਾ ਹੈ। ਅਸੀਂ ਅਕਸਰ ਜ਼ਿੰਦਗੀ ਦੇ ਵਿੱਚ ਗੁਰਦੁਆਰਿਆਂ 'ਚ, ਪ੍ਰੋਗਰਾਮਸ ਦੇ ਵਿੱਚ, ਕੀਰਤਨ ਦਰਬਾਰਾਂ ਦੇ ਵਿੱਚ ਆਉਂਦੇ ਹਾਂ, ਆਨਲਾਈਨ ਕਲਾਸਿਸ ਦੇ ਆਉਂਦੇ ਹਾਂ ਤੇ ਚਲੇ ਜਾਂਦੇ ਹਾਂ, ਪਰ ਅਸੀਂ ਉੱਦਾਂ ਦੇ ਉੱਦਾਂ ਹੁੰਦੇ ਹਾਂ। ਤੋ ਇਹ ਮੇਰੀ ਬੇਨਤੀ ਹੈ। ਅੱਜ ਦਾ ਵਿਚਾਰ ਅਧੀਨ ਜਿਹੜਾ ਸ਼ਬਦ ਹੈ, ਆਖਾਂ ਤੀਸਰਾ ਸ਼ਬਦ ਸੋਦਰ ਪੌੜੀ ਦਾ, ਸੋਦਰ ਬਾਣੀ ਦਾ। ਸੋਦਰ ਦੇ 5 ਸ਼ਬਦ ਨੇ, ਸੋਪੁਰਖ ਦੇ 4 ਸ਼ਬਦ ਨੇ। ਇਹ ਕੰਪਰਾਈਜ਼ ਹੋ ਕੇ ਰਹਿਰਾਸ ਅਸੀਂ ਕਹਿ ਲੈਂਦੇ ਹਾਂ, ਗੁਟਕਿਆਂ 'ਚ ਲਿਖਿਆ ਹੋਇਆ, ਪਰ ਰਹਿਰਾਸ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੁਰੂ ਦੇ ਵਿੱਚ ਨਹੀਂ ਹੈ। ਹੈਡਿੰਗ ਲਫ਼ਜ਼ ਵਰਤਿਆ ਗਿਆ ਹੈ ਰਹਿਰਾਸ, ਮੈਨੇ ਰਾਹੇ ਰਾਸਤ, ਪਰ ਐਜ਼ ਅ ਥੀਮ, ਐਜ਼ ਅ ਟਾਈਟਲ ਇਹ ਨਹੀਂ ਵਰਤਿਆ ਗਿਆ। I must mention it. ਵਰਤਣਾ ਚਾਹੀਦਾ ਕਿ ਨਹੀਂ, it's not our question. Whether we should or not, it's not our it's all our prerogative. ਸਾਡੀ ਮਸਲਾ ਨਹੀਂ ਹੈ ਇਹਦੇ ਵਿੱਚ, ਜਿਹਨੇ ਵਰਤਣਾ ਵਰਤੇ, ਨਹੀਂ ਵਰਤਣਾ ਨਾ ਸਹੀ। ਤੇ ਕਰ ਸਿੰਘ ਜੀ ਪਲੀਜ਼ ਤੁਸੀਂ ਪਾਠ ਸੁਣਾਓ ਤੀਸਰੇ ਸ਼ਬਦ ਦਾ ਜੀ। ਥੈਂਕ ਯੂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਸਾ ਮਹਲਾ ਪਹਿਲਾ। ਆਖਾਂ ਜੀਵਾਂ
ਵਿਸਰੈ ਮਰ ਜਾਉ। ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ। ਆਖ ਆਖ ਥਕੈ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੈ। ਵੱਡਾ ਨ ਹੋਵੈ ਘਾਟ ਨਾ ਜਾਏ। ਨਾ ਓ ਮਰੈ ਨਾ ਹੋਵੇ ਸੋਗ। ਦੇਂਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ। ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰਾ ਤੇ ਕਮ ਜਾਤ। ਨਾਨਕ ਨਾਵੈ ਬਾਜ ਸਨਾਤ। ਖਸਮ ਵਸਾਰਾ ਤੇ ਕਮ ਜਾਤ। ਨਾਨਕ ਨਾਵੈ ਬਾਜ ਸਨਾਤ। ਨਾਨਕ ਨਾਵੈ ਬਾਜ ਸਨਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਮਾਲਕ ਨੇ ਬਾਣੀ ਨੂੰ ਰਾਗਾਂ ਦੇ ਵਿੱਚ ਰਚਿਆ ਹੀ ਇਸ ਕਰਕੇ ਕਿ ਸੰਗੀਤ ਦੇ ਵਿੱਚ ਇੱਕ ਕਸ਼ਿਸ਼ ਹੈ ਜਿਹੜੀ ਆਪਣੀ ਹੈ। ਉਹਦੇ ਨਾਲ ਸਾਡਾ ਧਿਆਨ, ਸਾਡਾ ਮਨ, ਸਾਡਾ ਫੋਕਸ ਜ਼ਬਰਦਸਤੀ ਜੁੜ ਜਾਂਦਾ ਹੈ। ਰਹਿਮਤਾਂ ਨੇ ਰੱਬ ਜੀ ਦੀਆਂ ਸਾਰਿਆਂ ਨੂੰ, ਤੌਫੀਕ ਤੇ ਸਾਰਿਆਂ ਨੂੰ ਬਖਸ਼ੀ ਹੋਈ ਹੈ ਰੱਬ ਜੀ ਨੇ, ਪਰ ਉਹਨੂੰ ਯੂਜ਼ ਕੋਈ ਕਰਦੇ ਆ। ਅਸੀਂ ਝੱਕ ਜਾਂਦੇ ਆ ਕਿ ਅਸੀਂ, ਤੁਸੀਂ ਇਹ ਦੇਖੋ ਕਿ ਜਿਹੜਾ ਤੋਤਲਾ ਬੱਚਾ ਹੁੰਦਾ ਨਾ, ਉਹਨੂੰ ਕਦੀ ਸ਼ਰਮ ਨਹੀਂ ਆਉਂਦੀ ਵੀ ਦੁਨੀਆ ਮੇਰੇ ਵੱਲ ਵੇਖ ਕੇ ਹੱਸ ਰਹੀ। ਉਹ ਸਗੋਂ ਖੁਸ਼ ਹੁੰਦਾ, ਕਹਿੰਦਾ ਮੇਰੀ ਗੱਲ ਤੇ ਹੱਸਦੇ ਪਏ। ਪਰ ਅਸੀਂ ਇੰਨੇ ਇਗੋਟਿਸਟ ਹਾਂ, ਅਸੀਂ ਇਸੇ ਮੁੱਛ ਦੇ ਸਵਾਲ 'ਚ ਹੀ ਮਰੇ ਬੈਠੇ ਹੁੰਦੇ ਹਾਂ ਕਿ ਨਹੀਂ ਸਾਨੂੰ ਆਉਂਦਾ ਨਹੀਂ। ਅਸੀਂ ਪਿਆਰ 'ਚ ਬੋਲ, ਗੁਰੂ ਪਿਆਰ 'ਚ ਬੋਲ ਰਹੇ ਹਾਂ, ਹੂ ਕੇਅਰਸ ਕਿੱਦਾਂ ਬੋਲਣਾ ਹੈ ਅਸੀਂ। ਮਾਲਕ ਰਹਿਮਤ ਕਰੇ ਸਾਰਿਆਂ ਨੂੰ, ਇਸ ਦੀ ਤੌਫੀਕ ਬਖਸ਼ੇ ਕਿ ਪਿਆਰ ਦੇ ਨਾਲ ਬਾਣੀ ਨੂੰ ਪੜ੍ਹ ਸਕੇ। ਸਾਚੇ ਨਾਮ ਕੀ ਸੋ ਕਿਉਂ ਵਿਸਰੈ ਮੇਰੀ ਮਾਏ। ਵਿੱਚ ਥੋੜਾ ਜਿਹਾ ਕਿਉਂਕਿ ਅਸੀਂ ਪੜ੍ਹ ਚੁੱਕੇ ਹੋਏ ਹਾਂ ਤੇ ਅਸੀਂ ਇਸ ਗੱਲ ਨੂੰ ਰਿਪੀਟ ਨਹੀਂ ਕਰਨੇ ਚਾਹੁੰਦੇ, ਬਟ ਸਾਡੀ ਅੰਡਰਸਟੈਂਡਿੰਗ ਕਿੱਥੋਂ ਤੱਕ ਹੋਈ ਹੈ, ਆਈ ਹੈਵ ਟੂ ਨੋ ਇਟ ਐਂਡ ਵੀ ਹੈਵ ਟੂ ਐਨਾਲਾਈਜ਼ ਦੈਟ ਟੂ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ।
ਅਸੀਂ ਇਹਦੇ ਅਰਥ ਕਰਦੇ ਹਾਂ ਕਿ ਹੇ ਮੇਰੀ ਮਾਂ, ਉਹ ਮੈਨੂੰ ਕਿਉਂ ਭੁੱਲ ਜਾਂਦਾ ਹੈ। ਤੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਹਦੇ ਅਰਥ ਕੀਤੇ ਨੇ, ਹੇ ਮੇਰੀ ਮਾਂ, ਅਰਦਾਸ ਕਰ ਕਿ ਉਹ ਪਰਮਾਤਮਾ ਮੈਨੂੰ ਕਦੇ ਨਾ ਭੁੱਲੇ। ਹੁਣ ਮਾਂ ਕੌਣ ਹੈ ਇੱਥੇ? ਮੇਰੀ ਬਾਇਓਲੋਜੀਕਲ ਮਾਂ, ਕਿ ਕਿਹਨੂੰ ਕਹਿ ਰਿਹਾ ਮੈਂ? ਜੇ ਮੈਂ ਯਤੀਮ ਹੋਵਾਂ ਤੇ ਫਿਰ ਇਹ ਮੇਰੇ ਤੇ ਐਪਲੀਕੇਬਲ ਨਹੀਂ ਹੋਏਗਾ। ਜੇ ਮੈਂ ਆਪ 17 ਸਾਲਾਂ ਦਾ ਹੋ ਗਿਆ ਤੇ ਮੇਰੀ ਤੇ ਮਾਂ ਵੀ ਨਹੀਂ ਹੈਗੀ ਜ਼ਿੰਦਾ, ਫਿਰ ਮੈਂ ਕਿਹਨੂੰ ਕਹਿ ਰਿਹਾ? ਤੇ ਬਾਣੀ ਤੇ ਸਾਰਿਆਂ ਦੇ ਲਈ ਹੈ। ਸੋ ਐਨੀਵਨ ਕੈਨ ਥਰੋ ਅ ਲਾਈਟ ਔਨ ਕਿ ਮੇਰਾ ਖਿਆਲ ਆਪਣੀ ਮਤ ਨੂੰ ਕਹਿ ਰਹੇ ਨੇ, ਬਈ ਆਪਣੀ ਸੋਚ ਨੂੰ ਕਹਿ ਰਹੇ ਨੇ ਕਿ ਹਾਂਜੀ, ਤੂੰ ਪ੍ਰਭੂ ਪਰਮਾਤਮਾ ਨੂੰ ਧਿਆ ਤੇ ਉਸਦਾ ਨਾਮ ਲੈ। I think your thought is close to be very right. It's right though. Anyone else? ਮੈਂ ਆਪਣੇ ਪਰਮਾਤਮਾ ਨੂੰ ਕਹਿ ਰਿਹਾ, ਵਾਹਿਗੁਰੂ ਜੀ ਨੂੰ ਕਹਿ ਰਿਹਾ, ਆਪਣੀ ਮਾਂ ਦੇ ਠੀਕ ਹੈ, ਚਲੋ, that's true. Anyone else? ਥੋੜਾ ਜਿਹਾ ਹੋਰ ਐਡ ਹੋਣਾ ਚਾਹੀਦਾ ਮਤ ਦੇ ਵਿੱਚ, ਹਰਜੀਤ ਜੀ। ਕਿਉਂਕਿ ਮਨ ਤਾਂ ਹੋ ਨਹੀਂ ਸਕਦਾ, ਮਨ ਤਾਂ ਚੰਚਲ ਹੈ। ਜਿਹੜਾ ਸਹੀ ਪਾਸੇ ਲੈ ਜਾਂਦੀ ਉਹ ਮਤ ਹੀ ਲੈ ਕੇ ਜਾਂਦੀ। ਗੁਰਮਤ ਹੀ ਹੈ ਜੋ ਤੁਹਾਨੂੰ ਸਹੀ ਪਾਸੇ ਲੈ ਜਾ ਸਕਦੀ। ਹਾਂ, ਥੋੜਾ ਕੀ ਕਿਹਾ ਤੁਸੀਂ? ਗੁਰਮਤ। ਹਾਂ, ਇਹ ਗੁਰਮਤ ਕੀ ਹੁੰਦੀ ਹੈ? ਜਿਹੜਾ ਬੰਦਾ ਗੁਰੂ ਦੇ ਵੱਲ ਲੱਗਿਆ ਹੋਏ ਉਸਦੀ ਮਤ ਗੁਰਮਤ ਹੋ ਗਈ। ਮਨ ਜਿਹੜੇ ਮਨਮੁਖ ਵੱਲ ਲੱਗਿਆ ਹੋਇਆ ਤਾਂ ਮਨਮੁਖ ਹੋ ਗਿਆ। ਵਨਨੈਸ ਕਹਿ ਲਓ ਤੁਸੀਂ, ਜਾਂ I don't know, I cannot explain, but ਹੋਰ ਕੋਈ? ਕਾਰ ਸਿੰਘ ਜੀ, ਤੁਹਾਨੂੰ ਹੀ ਕਹਿਣਾ ਪੈਣਾ। ਥੈਂਕ ਯੂ। ਮੈਂ ਸੋਚਦਾ ਵੀ ਮਨੁੱਖ ਨੇ ਕੋਈ ਵੀ ਕੰਮ ਕਰਨਾ ਹੋਵੇ ਤੇ ਉਹਨੂੰ ਸੁਰਤ, ਉਹਨੂੰ ਕਾਂਸ਼ੀਅਸਨੈਸ ਚਾਹੀਦੀ ਹੈ, ਸੁਰਤ। ਅੱਛਾ, ਹੁਣ ਏਦਾਂ ਲੱਗਦਾ ਵੀ ਜੇ ਜਦੋਂ ਬੰਦਾ ਸੁਰਤ ਨਹੀਂ ਨਾ ਹੁੰਦਾ, ਸੁਰਤ ਨਹੀਂ ਹੁੰਦੀ ਇਹਦੇ ਕੋਲ, ਤੇ ਕਿਸੇ ਬੰਨੇ ਵੀ ਨਹੀਂ ਲੱਗਦਾ। ਤੇ ਜੇ ਮੇਰੇ ਕੋਲ ਸੁਰਤ ਹੋਵੇ ਵੀ ਮੈਂ ਅਲਰਟ ਹੋਵਾਂ ਕਿ ਮੈਂ ਸੱਚੇ ਪਾਤਸ਼ਾਹ ਦਾ ਨਾਮ ਲੈਣਾ ਵਾ, ਤੇ ਮੇਰੀ ਸੁਰਤ ਕਰਕੇ ਹੀ ਮੈਂ ਲੈ ਸਕਦਾ ਹਾਂ। ਉਂਝ ਭਾਵੇਂ ਮੇਰੀ ਜ਼ੁਬਾਨ ਵੀ ਕਹੀ ਜਾਵੇ, ਪਰ ਮੇਰੀ ਸੁਰਤ ਨਹੀਂ ਨਾ ਨਾਲ ਇਕੱਠੀ, ਤੇ ਗੱਲ ਨਹੀਂ ਬਣੇਗੀ। ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ ਜਾਂ ਬਾਣੀ ਪੜ੍ਹੀ ਜਾਵਾਂ, ਤੇ ਮੇਰੀ ਸੁਰਤ ਇਨਵਾਲਵ ਨਹੀਂ ਨਾ ਹੈਗੀ, ਤੇ ਫਿਰ ਗੱਲ ਨਹੀਂ ਬਣੇਗੀ। ਤੇ ਇੱਥੇ ਮੈਨੂੰ ਇੰਝ ਲੱਗਦਾ ਵੀ ਗੁਰੂ ਸਾਹਿਬ ਨੇ ਕਹਿੰਦੇ ਵੀ ਹੇ ਮੇਰੀ ਸੁਰਤ, ਹੇ ਮੇਰੀ ਮਾਂ, ਹੇ ਮੇਰੀ ਆਤਮਾ, ਹੇ ਮੇਰੀ ਕਾਂਸ਼ੀਅਸ, ਤੂੰ ਇਉਂ ਕਰ ਵੀ ਉਸ ਉਹਨੂੰ ਨਾ ਵਿਸਾਰ, ਕਿਉਂਕਿ ਵਾਈ ਯੂ ਫੋਰਗੇਟ, ਕਿਉਂ ਭੁੱਲਦੇ? ਥੈਂਕ ਯੂ ਕਾਰ। ਹਰਜੀਤ ਭੈਣ ਜੀ, did you see could you find the slight difference? ਮਤ ਜਿਹੜੀ ਹੈ ਮੇਰੀ ਅਕਲ ਹੈ, ਰਾਈਟ? ਅਕਲ ਜਿਹੜੀ ਹੈ ਮੇਰੀ ਇੰਟੈਲੀਜੈਂਸ ਹੈ, ਮੇਰਾ ਇੰਟੈਲੈਕਟ ਹੈ, ਟੂ ਬੀ ਪ੍ਰੈਕਟੀਕਲ, ਰਾਈਟ? ਬਟ ਸਿੰਸ ਮੈਂ ਜਿਸ ਤਰ੍ਹਾਂ ਅੱਗੇ ਬੇਨਤੀ ਕੀਤੀ ਵੀ ਅਸੀਂ ਸਾਰੇ ਹੁਣ ਸਿਆਣੇ ਹਾਂ, ਤੇ ਵੀ ਸ਼ੁੱਡ ਨੋ ਅ ਲਿਟਲ ਬਿਟ ਮੋਰ ਅਬਾਊਟ ਇਟ, ਹੈ ਨਾ? ਹੁਣ ਸੁਰਤ ਜਿਹੜੀ ਹੈ, ਕੌਨਸ਼ੀਅਸਨੈਸ, ਉਹ ਮੈਨੂੰ ਸੁਚੇਤ ਕਰਦੀ ਹੈ, ਰਾਈਟ? ਐਕਚੁਅਲ ਦੇ ਵਿੱਚ ਸੁਚੇਤ ਜਿਹੜੀ ਹੈ ਉਹ ਮੇਰੀ ਅਕਲ ਦੀ ਵੀ ਡਰਾਈਵਿੰਗ ਫੋਰਸ ਬਣ ਸਕਦੀ ਹੈ। ਸੁਚੇਤਤਾ, ਚੇਤਨਤਾ, ਹੈ ਨਾ? ਜ਼ਰੂਰੀ ਗੱਲ ਹੈ। ਜਦ ਤੱਕ ਮਨ ਵਿੱਚ ਇੱਕ ਖਾਸ ਖਿੱਚ ਨਹੀਂ ਉੱਠੇਗੀ, ਜਦ ਤੱਕ ਸੁਚੇਤ ਨਹੀਂ ਹੋਗੇ, ਤਾਂ ਡੈਫੀਨੇਟਲੀ ਤੁਸੀਂ ਸੁਚੇਤਤਾ ਨੂੰ, ਚੇਤਨਤਾ ਨੂੰ, ਕੌਨਸ਼ੀਅਸਨੈਸ ਨੂੰ ਬਾਣੀ 'ਚ ਇੱਕ ਹੋਰ ਲਫ਼ਜ਼ ਵੀ ਦਿੱਤਾ ਗਿਆ, ਮੇਰੀ ਵਿਵੇਕ।
हार पर्यो स्वामी के द्वारे दीजै बुद्ध विवेका। विवेक की है स्पिरिचुअल इंटेलिजेंस। इंटेलिजेंस इज ओके, यू नो। सो ओए मेरी मत जिस तरह हाय की हो गया, मेरी मत नूं मारी गई, मेरी ते मत ही मारी। ये मत मारी की हुंदी है कि मैं माया दे विच मुलव्वस हो गया ते मेरी चेतनता जिहड़ी है वो गुआच गई। सावधानी हटी, दुर्घटना घटी। सो क्यों विसरै, वो मैनू क्यों भुल जाए। हुण मैं मत नूं कह रहा सड़ गया चेता, फिर भुल गया मैं अपनी मत नूं कह रहा, अपनी चेतनता नूं कह रहा, अपनी अवेयरनैस नूं कह रहा, ओए मैं ते इस डोमेन च रहना सी। मैं फिर जिद्दां बाहर ठंड बड़ी पै रही होवे ते एकदम मैनू कोई ध्यान ना रवे कि मैं गर्म कपड़ा पा के बाहर स्टैप आउट करना, जस्ट स्टैपिंग आउट, किसी ने घंटी मारी हो वटएवर, ते मैं अनअवेयरिंगली बाहर चला जा ते मैनू ठंड लग जाए, तो मैं कहना यार पागल सी, मेरी मत मारी, घंटी सुनी, अबड़वाया उठ के मैं चला गया ते आई खाट कोल्ड। इन्नी कॉन्शियसनैस होवे कि ओनू मैं भुल्ला ही ना। हो सकता है ना, पॉसिबल है, ऐसी केड़ी गल है। असी दुनियावी एंड वी आर वेरी वेल इक्विप्ड विद दैट एक्सपीरियंस कि दुनिया दियां कई चीज़ां ने असी भुलदे ही नहीं। कदी होया भी घर राती सौन लगे होइए ते जिन्ने भी सेवा लई होवे अपने जुम्मे, उधर डोर चेक ना करे कि खुला है कि बंद है, लॉक करके सोना है अंदर, हालांकि बिल्कुल सेफ है, अलार्म भी ला देने स्टे दा। कुछ है नहीं कि सानू पता नहीं है, सानू पता है, पर एक जदों स्पिरिचुअलिटी दी गल आंदी है तो असीं कहने आ कोई गल नहीं, ओ मैं भुल गया, ते इहदी किहड़ी सजा है, इस करके कहता चलो भुल गया जी, गलती हो गई। हुण भी जदों मैं ते एवें ही कहता ना कि मेरी माए कौन है, मेरी मां, ते हुण सानू पता है या नहीं पता, पर जिन्ने भी भैणां वीरां ने पार्टिसिपेट किया, इट इज फाइन, बिकॉज नो वन इज गोना ट्विस्ट माई ईयर। सो क्यों विसरा है मेरी माए, साचा साहिब ते सच है ना, वो इन्ना वड्डा है, ओदी एक्सक्यूज मी, ओदी ग्रेडेशन है। असी जपजी विच पढ़ के आ रहे हैं, साचा साहिब साच नाए, साचा साहिब साची नाए, साचा साहिब साचा साची नाए, है भी पढ़े कि नी वारी आया है कि ओदा नाम भी सच है ते ओदी अपनी एग्जिस्टेंस भी सच है। डू आई एग्री? यानी कि सच नूं मैं भुल जाना वा, झूठ मैनू याद रह जाता। Isn't it strange? चाहीदा ते इह सीगा कि मैं झूठ भुल जांदा ते सच नूं चेते रखदा, पर मैनू सच याद है, झूठ याद है ते सच नूं मैं विसरिया होया। ये हमारा जीवना तू साहिब सच्चे दे। चलो हुण पातशाह कहंदे ने आखां जीवा। हुण किहदी गल हो रही है? उहदे नाम दी, सच्चे दे सतनाम दी गल कर रहा मैं। ते हुण मैं देखना है कि की मैं उहनूं आखदा ते ये मेरे लिए है कि मैं फेक कर रहा,
कि आखां जीवां ते विसरै मर जाऊं। जे वो भुल जाए सो क्यों विसरै, जे विसरै हो जाए तो मैं मर जाना, ते जे मैं ਉਹਨੂੰ ਆਖਦਾ ਰਵਾਂ, ਉਹਦੀ ਤਾਰੀਫ ਵਜੋਂ ਕਹਿੰਦਾ ਰਵਾਂ, ਤੇ ਮੈਂ ਜਿਉਣਾ। ਥੋੜਾ ਜਿਹਾ ਪਰਸਨਲ ਜਿਹਾ ਥਾਟ ਹੈ ਕਿ ਵਾਕਈ ਜਦੋਂ ਮੈਂ ਪਾਠ ਕਰਾਂ, ਵਿਚਾਰ ਕਰਾਂ, ਤੇ ਮੈਨੂੰ ਬੜਾ ਚੰਗਾ ਲੱਗੇ। I have made my day. I have done I have given a good start to my day. ਪਰ ਜੇ ਨਾ ਹੋਵੇ ਤੇ ਫਿਰ ਮੈਂ ਕਹਾਂ ਕਿ ਨਹੀਂ, ਇਹ ਗਲਤ ਹੈ, ਅੱਜ ਮਜ਼ਾ ਨਹੀਂ ਆ ਰਿਹਾ, ਅੱਜ ਕੁਝ ਠੀਕ ਨਹੀਂ ਹੈ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਅੱਜ ਮੈਂ ਸ਼ਬਦ ਵਿਚਾਰ ਨਹੀਂ ਕੀਤੀ ਤੇ ਮੇਰੇ ਅੰਗ ਜਿਹੜੇ ਨੇ ਵਲੱਸੇ ਪਏ ਨੇ। ਜਾਏ ਪੁੱਛੋ ਦੁਹਾਗਨੀ ਤੁਮ ਕਿਉਂ ਰੈਨ ਵਿਹਾਏ। How do you live? How do you spend your night? How are you spending your life? Night means darkness. ਤੇਰੀ ਅਗਿਆਨਤਾ ਕਿਵੇਂ ਦੂਰ ਹੁੰਦੀ ਹੈ? ਫਿਰ ਪਾਠ ਕਰ ਲਿਆ, ਵਿਚਾਰ ਕਰ ਲਈ, what is my take? ਇਹ ਐਸੇ ਸ਼ਬਦ ਦੀ ਜਦੋਂ ਮੈਂ ਸੋਚਦਾ ਪਿਆ ਸੀਗਾ, ਕੰਟੈਂਪਲੇਟ ਕਰ ਰਿਹਾ ਸੀ, ਤੇ ਮੈਨੂੰ ਲੱਗਾ ਕਿ ਅਸੀਂ ਜਿਹੜੀ ਗੱਲ ਕਹਿੰਦੇ ਆ ਕਿ ਤੁਹਾਡੀ ਇਨਪੁਟ ਕੀ ਹੈ, ਉਹ ਸ਼ਾਇਦ ਗਲਤ ਲਫ਼ਜ਼ ਹੈ। ਐਕਚੁਅਲ ਦੇ ਵਿੱਚ ਲਫ਼ਜ਼ ਹੋਣਾ ਚਾਹੀਦਾ ਹੈ ਮੇਰੀ ਟੇਕ ਕੀ ਹੈ, what is my take? What am I taking from here? So ਪਾਤਸ਼ਾਹ ਕਹਿੰਦੇ ਨੇ ਕਿ ਮੈਂ ਭੁੱਲ ਜਾਣਾ। ਕਿੱਦਾਂ ਭੁੱਲ ਜਾਣਾ ਯਾਰ? ਐਂਡ ਗੁਰੂ ਸਾਹਿਬ ਠੀਕ ਨੇ, ਮੈਂ ਕਹਿੰਦਾ ਮੈਂ ਭੁੱਲਦਾ ਨਹੀਂ ਆ। ਮੈਨੂੰ ਪੁੱਛੋ ਤੇ ਮੈਂ ਕਹਿੰਦਾ ਮੈਂ ਥੋੜੀ ਭੁੱਲਦਾ। ਮੈਂ ਤਾਂ ਸਵੇਰੇ ਨਿਤਨੇਮ ਕਰਦਾ, ਸ਼ਾਮੀ ਕਲਾਸਾਂ ਅਟੈਂਡ ਕਰਦਾ, ਆਹ ਕਰਦਾ, ਸਾਰਾ ਦਿਨ ਮੈਂ ਤੇ ਗਾਉਂਦਾ ਰਹਿਣਾ, ਉੱਠਦਿਆਂ ਬਹਿੰਦਿਆਂ, ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਫਿਰ ਮੇਰੇ ਤੇ ਅਪਲਾਈ ਨਹੀਂ ਹੁੰਦਾ। ਉਹ ਕਹਿੰਦਾ ਭੁੱਲਦਾ ਨਾ। ਇੱਕ ਥਾਂ ਤੇ ਪਾਤਸ਼ਾਹ ਕਹਿੰਦੇ ਨੇ, ਜਿਨ ਹੁਣ ਜਦੋਂ ਮੈਂ ਨਹਾ ਕੇ ਨਿਕਲਿਆ, ਮੈਨੂੰ ਦਿਹਾੜੀ ਚ ਕੰਨ ਚ ਖੁਰਕ ਹੁੰਦੀ ਹੈ, ਅੱਖ ਚ ਖੁਰਕ ਹੁੰਦੀ ਹੈ। ਕਦੀ ਮੈਨੂੰ ਇਹ ਖਿਆਲ ਆਇਆ ਕਿ ਜਿਨ ਕੰਨ ਕੀਤੇ ਅੱਖੀ ਨਾਕ ਤੇ ਜਿਨ ਜਿਹਵਾ ਦਿੱਤੀ ਬੋਲੇ ਤਾਤ। ਹੋਇਆ ਕਦੀ ਮੇਰੇ ਨਾਲ? ਇਹ ਮੇਰੀ ਇਮੀਡੀਏਟ ਰਿਐਕਸ਼ਨ ਹੈ। ਤੇ ਬੈਠੇ ਬਿਠਾਏ ਮੈਂ ਏਦਾਂ ਕਰਦਾ ਰਹਾਂਗਾ, ਏਦਾਂ ਕਰਦਾ ਰਹਾਂਗਾ। ਜੋ ਕੁਛ ਵੀ ਮੈਂ ਨਿਚੱਲਾ ਨਹੀਂ ਬੈਠ ਸਕਦਾ, ਏਦਾਂ ਕਰਦਾ ਵਾਂ, ਪੱਗ ਨੂੰ ਹੱਥ ਲਾਣਾ, ਚੁੰਨੀ ਨੂੰ ਠੀਕ ਕਰਦਾ। ਨਿੱਕੀ ਨਿੱਕੀ ਚੀਜ਼ ਜਿਹੜੀ ਹੈ ਉਹ ਮੈਨੂੰ ਗਿਫਟਡ ਹੈ ਭਾਈ ਦਾ ਰੱਬ ਜੀ। ਜਿਨ ਮਨ ਰਾਖਿਆ ਅਗਨੀ ਪਾਏ। ਮਾਇਆ ਦੀ ਇੰਨੀ ਪ੍ਰਜਵਲਤ ਅਗਨੀ ਹੈ ਜਿਹਨੇ ਮੈਨੂੰ, ਮੇਰੇ ਸਰੀਰ ਨੂੰ, ਜਦੋਂ ਮੈਂ ਇਨਸਾਈਡ ਸੀਗਾ ਫੀਟਸ, ਤੇ ਮੈਨੂੰ ਪਾਣੀ ਦੇ ਔਰ ਅੱਗ ਦੇ ਬੈਲੈਂਸ ਦੇ ਵਿੱਚ ਰੱਖਿਆ। ਵਾਜੇ ਪਵਣ ਆਖੇ ਸਭ ਜਾਏ। ਸਾਹ ਚੱਲਦੇ ਪਏ ਨੇ, ਹੁਣ ਵੀ ਮੈਂ ਸਾਹ ਲੈ ਰਿਹਾ। ਮਾੜੀ ਜੀ ਵਿੰਡ ਪਾਈਪ ਚ ਚਲਾ ਜਾਏ ਤੇ ਹੱਥ ਉੱਤੇ ਕਰੋ, ਇਹ ਕਰੋ, ਉਹ ਕਰੋ, ਹਸੂੜੀ ਪੈ ਜਾਂਦੀ ਏ। ਇਹ ਸਾਰੀਆਂ ਗੱਲਾਂ ਕਦੋਂ ਸਮਝ ਆਉਣਗੀਆਂ ਮੈਨੂੰ? ਕਿ ਮੈਂ ਇਸ ਅਵੇਅਰਨੈਸ ਚ ਹੈਗਾ, ਕਿ ਮੈਂ, ਮੇਰੀ ਮਾਏ, ਹੁਣ ਗੱਲ ਹੋ ਰਹੀ ਹੈ ਸੁਰਤ ਦੀ, ਚੇਤਨਤਾ ਦੀ, ਕੌਸ਼ੀਅਸਨੈਸ ਦੀ।
ਇਹ ਹੈਗੀ ਹੈ ਮੇਰੇ ਕੋਲ, ਆਈ ਹੈਵ ਟੂ ਥਿੰਕ। ਜੇ ਨਹੀਂ ਹੈ ਤੇ ਕਿਉਂ ਨਹੀਂ ਹੈ, ਤੇ ਜੇ ਹੈਗੀ ਹੈ ਤੇ ਕਿੰਨੀ ਕੁ ਹੈ। Am I making sense? Little deeper. ਫਿਰ ਆਖਾਂ ਜੀਵਾਂ ਵਿਸਰੈ, ਯਾਨੀ ਕਿ ਕੋਈ ਹੈਗਾ ਜਿਹਨੂੰ ਇਹ ਚੇਤੇ ਰਹਿੰਦਾ ਮੇਰੇ ਸਮੇਤ? ਕੀ ਕੋਈ ਅਸੀਂ ਕਹਿ ਸਕਦੇ ਹਾਂ ਦਾਅਵੇ ਨਾਲ, ਹਾਂਜੀ ਮੈਂ ਯਾਦ ਰੱਖਦਾ ਜੀ? ਸ਼ਾਇਦ ਨਹੀਂ। ਕਾਲੀ ਸਿੰਘ ਜੀ ਕਹਿ ਰਹੇ ਨਹੀਂ ਮੈਂ ਗੱਲ ਕਰਨੀ ਸੀ ਵੀ ਇਹ ਸੁਰਤ ਨੂੰ ਥੋੜਾ ਹੋਰ ਅੱਗੇ ਲੈ ਕੇ ਜਾਣਾ। ਹਾਂ, ਅੱਛਾ, ਹੁਣ ਇਹ ਜੀਵਾਂ ਕੀ ਆ? ਵਰਸ ਜੀਵਾਂ, ਮਰਨਾ ਕੀ ਆ? ਜਿਸ ਤਰ੍ਹਾਂ ਤੁਸੀਂ ਗੱਲ ਕਰਕੇ ਆਏ ਸੀ ਸਾਚਾ ਸਾਹਿਬ, ਉਹ ਸਾਹਿਬ ਕੀ ਹੈ? ਕਿਸ ਤਰ੍ਹਾਂ ਉਹ ਮੇਰਾ ਸਾਹਿਬ ਹੈ? ਮੇਰਾ ਮਾਲਕ ਕਿੱਦਾਂ? ਔਰ benefit I have, so he is my owner. ਹੁਣ ਮੇਰਾ ਮਾਲਕ ਹੁੰਦਾ, ਸਾਹਿਬ ਜਿਹੜਾ ਮਾਲਕ ਹੁੰਦਾ ਵਾ, ਉਹ ਮੇਰਾ ਮਾਲਕ ਕਿੱਦਾਂ ਵਾ? ਤੇ ਨਿੱਕੇ ਨਿੱਕੇ ਕੁਐਸਚਨ ਜਿਹੜੇ ਨੇ ਉਹ ਹਰ ਵਰਡ ਤੇ ਕ੍ਰੀਏਟ ਕੀਤੇ ਜਾ ਸਕਦੇ। ਹਰ ਸ਼ਬਦ ਤੇ ਕੁਐਸਚਨ ਕ੍ਰੀਏਟ ਕਰਕੇ ਤੇ then let the ਸੁਰਤ to find the question answer, I mean। ਹਾਂਜੀ, ਜਾਂ ਤੂੰ ਸਾਹਿਬ ਤਾਂ ਭਾਉ ਕੇ ਉਹ ਮੇਰਾ ਮਾਲਕ, ਮੈਨੂੰ ਡਰ ਕਿਉਂ ਨਾ? ਮੈਂ ਤੇ ਰੋਜ਼ ਦਿਹਾੜੀ ਡਰਦਾ ਮਰਦਾ। ਹੁਣ ਫॉर ਐਗਜ਼ਾਮਪਲ ਉਹ ਮੇਰਾ ਮਾਲਕ ਕਿੱਦਾਂ ਵਾ? ਸੋ ਜੇ ਮੈਂ ਐਗਜ਼ਿਸਟ ਕਰਦਾ ਵਾਂ ਤੇ ਉਹਦਾ ਕਰਕੇ ਐਗਜ਼ਿਸਟ ਕਰਦਾ ਵਾਂ। ਜੇ ਮੈਂ ਜੀ ਰਿਹਾ ਵਾਂ ਤੇ ਉਹਦਾ ਕਰਕੇ ਕਰ ਰਿਹਾ, ਕਿਉਂਕਿ ਉਹ ਮੇਰਾ ਮਾਲਕ ਆ। ਉਹਨੇ ਮੈਨੂੰ ਘਾਟ ਘੜੀ, ਉਹ ਹੀ ਮੈਨੂੰ ਹਵਾ ਉਪਲਬਧ ਕਰ ਰਿਹਾ, ਉਹ ਪਾਣੀ ਦੇ ਰਿਹਾ, ਉਹ ਹੀ ਮੈਨੂੰ ਜਵਾ ਰਿਹਾ ਵਾ। ਹਾਂਜੀ, ਤੇ ਦੈਟਸ ਵਾਈ ਉਹ ਮੇਰਾ ਸਾਹਿਬ ਹੈ। ਤੇ ਜੋ ਕੁਛ ਉਹਨੇ, ਮੇਰੇ ਮਾਲਕ ਨੇ ਮੈਨੂੰ ਦਿੱਤਾ ਵਾ, ਇਹ ਉਹਦੀ ਸਾਹਿਬ ਹੀ ਆ। ਸਾਚੇ ਨਾਏ ਉਹਦੇ ਕਿੰਨੇ ਕੁ ਗੁਣ ਨੇ ਜਿਹੜੇ ਮੈਂ ਗੱਲ ਕਰ ਸਕਾਂ। ਹੁਣ ਜੀਣਾ ਕੀ ਆ? ਜੀਣਾ ਹੁੰਦਾ ਵਿਗਾਸ ਦੇ ਵਿੱਚ ਜੀਣਾ। ਜਦੋਂ ਮੈਂ ਵਿਗਾਸ ਦੇ ਵਿੱਚ ਜੀਣਾ ਵਾਂ, ਉਦੋਂ ਮੈਂ ਜਿਉਂਦਾ ਵਾਂ। ਤੇ ਤੇ ਜਿਉਣ ਵਾਸਤੇ ਮੈਨੂੰ ਕੀ ਕਰਨਾ ਪਏਗਾ? ਮੈਨੂੰ ਉਹਦੀ ਗੱਲ ਕਰਨੀ ਪਏਗੀ, ਉਹਦੀ ਸਿਫਤ ਸਲਾਹ ਕਰਨੀ ਪਏਗੀ, ਉਹਦੇ ਨਾਲ ਸਾਂਝ ਬਣਾਉਣੀ ਪਏਗੀ। ਤੇ ਇਹ ਵਿਗਾਸ ਉਹਨਾਂ ਚਿਰ ਹੀ ਰਹਿਣਾ ਵਾ ਜਿੰਨਾ ਚਿਰ ਆਮ ਕਨੈਕਟਡ, ਜਿੰਨਾ ਚਿਰ ਮੈਂ ਹੁਕਡ ਆ। ਤੇ ਜਦੋਂ ਮੈਂ ਅਨਹੁਕ ਹੋ ਗਿਆ ਤੇ ਫਿਰ ਵਿਸਰ ਗਿਆ ਮੈਂ, ਤੇ ਫਿਰ ਮੇਰਾ ਵਿਗਾਸ ਚੱਲ ਗਿਆ ਤੇ ਮੈਂ ਮਰ ਗਿਆ, ਭਾਵ ਮੈਂ ਡਿਸਕਨੈਕਟ ਹੋ ਗਿਆ। ਪਰ ਗੁਰੂ ਸਾਹਿਬ ਨੇ ਵੀ ਆਖਣ ਔਖਾ ਸਾਚਾ ਨਾਮ, it's so difficult to be connected, it's so hard to be live his domain, ਜਿਸ ਤਰ੍ਹਾਂ ਵੀ ਜੀ ਕਹਿੰਦੇ ਨੇ, it's very hard to live in his domain। ਪਰ if we stay conscious and ਚੇਤਨ ਰਹੀਏ ਤੇ then ਅਸੀਂ ਉਹਦੇ ਨਾਲ ਕਨੈਕਟਡ ਰਹਿੰਦੇ ਆ। ਤੇ ਹਾਂਜੀ, ਥੈਂਕ ਯੂ। ਹਾਂਜੀ, ਵੈਰੀ ਗੁੱਡ। ਏਦਾਂ ਆਪਾਂ ਇਸ ਲੈਵਲ ਤੇ ਆਪਾਂ ਵਿਚਾਰ ਕਰਨੀ ਹੈ। ਪਾਤਸ਼ਾਹ ਕਹਿੰਦੇ ਨੇ ਇੱਕ ਲਾਈਨ ਵਿੱਚ ਕਿ ਜੋ ਬਿਨ ਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ। ਇਹ ਮੇਰੇ ਲਈ ਹੈ। ਜਦੋਂ ਮੈਂ ਸੁਣਦਾ ਤੇ ਮੈਂ ਕਹਿੰਦਾ ਮੇਰੇ ਲਈ ਨਹੀਂ ਹੈ, ਮੈਂ ਤੇ ਯਾਦ ਕਰਦਾ ਰੋਜ਼, ਪਰ ਐਕਚੁਅਲ ਦੇ ਵਿੱਚ ਇਹ ਮੇਰੇ ਲਈ ਹੀ ਹੈ। ਜਦੋਂ ਬਾਣੀ ਸੁਣਾ, ਬਾਣੀ ਪੜਾ, ਮੈਂ ਸਿਰਫ ਔਰ ਸਿਰਫ ਦੇਖਾਂ ਕਿ ਮੇਰੇ ਤੇ ਕਿਵੇਂ ਢੁੱਕਦੀ ਹੈ। ਜਿੱਦਾਂ ਇੱਕ ਚੁੰਨੀ ਕੱਢੀਏ ਮੈਂ ਜਾਂ ਪੱਗ ਕੱਢੀਏ ਵਾਰਡਰੋਬ ਚੋਂ, ਤੇ ਬਾਕੀ ਕੱਪੜਿਆਂ ਦੇ ਨਾਲ ਮੈਂ ਨਾਲ ਰੱਖ ਕੇ ਦੇਖਦਾ ਕਿ ਮੈਚ ਕਰਦੀ ਹੈ, ਜਾਂਦੀ ਹੈ ਇਹਦੇ ਨਾਲ ਕਿ ਨਹੀਂ। ਏਦਾਂ ਬਾਣੀ ਦੀ ਹਰ ਗੱਲ ਜਿਹੜੀ ਹੈ ਮੇਰੇ ਨਾਲ ਜਾਣੀ ਚਾਹੀਦੀ, ਤਾਂ ਮੇਰਾ ਜੀਵਨ ਜਿਹੜਾ ਹੈ ਉਹ ਕਿਉਂ ਵਿਸਰਿਆ ਤੋਂ ਮੈਂ ਪਾਸੇ ਜਾਵਾਂਗਾ। ਹੁਣ ਆਖਣ ਔਖਾ ਸਾਚਾ ਨਾਮ ਕਿਉਂ ਲੈ? ਮੈਂ ਕਹਿੰਦਾ ਕਿ ਮੈਂ ਪੂਰਾ ਨਿਤਨੇਮ ਕਰਦਾ, ਮੈਂ ਕਹਿੰਦਾ ਮੈਂ ਵਿਚਾਰ ਕਰਦਾ, ਮੈਂ ਕਹਿੰਦਾ ਮੈਂ
क्यों औखा है? ਇਹ ਸਵਾਲ ਹੈ ਜਿਹਦਾ ਮੈਂ ਜਵਾਬ ਲੱਭਣਾ ਹੈ। क्यों कि नाम की बेला पै पै सोया है। वो इन्ना ही बड़ा एडी डीप कानू जाना है कार सिंह जी, वो बस ठीक है उतों उतों कर लिया यार, गल बन गई चल। जे कोई करदा भी है तो उन्हों असी शट अप करके राजी हाँ। और पातशाह दी डेक्सटैरिटी देखो, उन्हां दी सूझवान ते मालक है ही, बच्चों दे सारे औगण मालक नूं पता सी, पातशाह नूं पता सी ये किदां दे न्याणे ने मेरे नलायक। उन्होंने यह सारी जिहड़े शब्द ने ये शुरुआत विच रखे ने, पर साडी मिसफॉर्चून कि साडे मंदे भाग कि असी वो भी नहीं पढ़िया। पाठ कीता, रौलां भी लाइयां, ड्यूटियां भी दित्तियां सहज पाठ दियां, अपने अपने घरां च प्रकाश करके भी कीता, कईयां ने तो कीता ही नहीं। पर अल्टीमेटली फिर किधरे ना किधरे माइनस हो गए। आखण औखा सच्चा ना। हुण एक मैं इत्थे एक गल आई सी एक दो दिन पहले, तू आपे आप निरंकार है निरंजन राया साहिब दी गल जिहड़ी सी ना, किन्ना कुछ लिखिया होया है। ते ਉਹ ਜਿਹੜਾ ਹੁਣੇ ਸ਼ਬਦ ਅਸੀਂ ਕੀਤਾ ਸੀ ਉਹਦੇ ਚ ਵੀ ਸੀਗਾ ਕਿ ਜੈ ਤਨ ਜਿਉ ਤਪਤ ਹੈ ਬਾਰੋ ਬਾਰ ਤੇ ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵੇਲਾ। ਐਗਜ਼ਾਮਪਲ ਤੇ ਇਹ ਹੈ ਤੇ ਮੈਨੂੰ ਤੇ ਹਮੇਸ਼ਾ ਹੀ ਵਿਸਰਿਆ, ਉਂਝ ਮੈਂ ਕਹੀ ਜਾਣਾ ਵਿਸਰ ਨਾ ਹੀ ਦਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ। मैं अपने अंदर ये वड़ के सोचना है कि की चल रहा है भाई मेरे नाल, है ना। सो फार आर वी ओके? वीर जी कार सिंह जी सचे नाम अगला बंद तुसी करो, आप वंड वंड के करिए यार, जरा चंगा लगूगा। नहीं डबल तुसीं इनपुट करी आती करी तुसीं करी चलो, मैं मैं थोड़ा बहुत नाल शेयर कर लांगा, तुसीं करी चलो चलो। नहीं मैं कैसी उदा भी कर सकते हैं आप। हाँ जी सचे नाम की तिल वड्याई, वो इहो जिहा वड्डा है, मालक एडा वड्डा है कि जे उन्होंने हल्की जही महिमा ਉਹਨੂੰ ਮਾੜਾ ਜਿਹਾ ਉਹਦੀ ਪ੍ਰੇਜ਼ ਕਰ ਦਈਏ, ਜਿੱਦਾਂ ਮਾਂ ਨੂੰ ਕਹੀਦਾ ਨਾ ਮੰਮੀ ਆਈ ਲਵ ਯੂ, ਤੇ ਮਾਂ ਦਾ ਦਿਲ ਭਰ ਆਉਂਦਾ ਹੈ। ਉਹ ਮਾਲਕ ਵੀ ਇਦਾਂ ਦਾ ਹੈ ਕਿ ਉਹਨੂੰ ਕਹੋ ਕਿ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਪਿਛਲਾ ਸ਼ਬਦ ਕਰਕੇ ਆਏ ਹਾਂ ਅਸੀਂ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਹੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਕਦੀ ਸੋਚਿਆ ਕਿ ਮਾਲਕ ਨੂੰ ਜਦੋਂ ਮੈਂ ਇੱਕ ਉਹਦਾ ਬੱਚਾ ਬਣ ਕੇ, ਮੈਂ ਹਾਂ ਤੇ ਬੱਚਾ ਪਰ ਮੈਂ ਬਣਦਾ ਨਹੀਂ ਆ, ਉਹਦੇ ਲਾਗੇ ਨਹੀਂ ਢੁਕਦਾ, ਮੈਂ ਆਖਾਂ ਕਿ ਤੂੰ ਬੜਾ ਵੱਡਾ ਹੈ ਮਾਲਕਾ, ਤੇ ਕਿੱਥੇ ਕੁਝ ਗੱਲ ਜਾਂਦੀ ਹੈ। ਜੇ ਉਹਦੀ ਕੋਈ ਮਾੜੀ ਮੋਟੀ ਵੀ ਵਡਿਆਈ ਕਰ ਦਵੇ ਨਾ, ਤੇ ਸਮਝੋ ਕਿ ਬਹੁਤ ਵੱਡੀ ਗੱਲ ਹੋ ਗਈ, ਕਿਉਂਕਿ ਤਿਲ ਜਿੰਨੀ ਵਡਿਆਈ ਵੀ ਕਰਨ ਜੋਗੇ ਅਸੀਂ ਨਹੀਂ ਆ। ਆਖ ਥਕੇ ਕੀਮਤ ਨਹੀਂ ਪਾਈ। क्यों नहीं आसी? क्योंकि जे हाँ जाना आखा ना ही, कहना कथन ना जाए। क्यों? तू है ही इन्ना वड्डा,
औ क्या सलाही किरम जंत वड्डी तेरी वड्याई, तू अगम दयाल, तू अगम दयाल अगम है, आपे ले मिलाई, आपे ले चढ़ाई शायद, वड्डी तेरी वड्याई। ਅਸੀਂ ਜਪਜੀ ਚ ਕਿੰਨੀ ਥਾਂ ਤੇ ਪੜ ਕੇ ਆਏ ਕਿ ਜੇ ਸਭ ਮਿਲ ਕੇ ਸੌਰੀ ਇਹ ਤੇ ਸੋਦਰ ਦੇ ਵਿੱਚ, ਪਰ ਜਪਜੀ ਦੇ ਵਿੱਚ ਵੀ ਜੇ ਕਿਸੇ ਨੇ ਚਾਹਿਆ ਵੀ ਹੈ ਕਿ ਉਹਦੀ ਤਾਰੀਫ ਕਰੇ ਤੇ ਉਹ ਕਰ ਨਹੀਂ ਸਕਦਾ। ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਖ। ਇਹ ਸਾਰਾ ਕੁਝ ਮੈਨੂੰ ਹਰ ਵੇਲੇ ਚੇਤੇ ਰੱਖਣਾ ਹੈ ਆਪਣੀ ਚੇਤਨਤਾ ਦੇ ਵਿੱਚ ਕਿ ਮੈਂ ਕਿਧਰੇ ਸਮਝਾਂ ਕਿ ਮੈਂ 2 ਲਫ਼ਜ਼ ਬੋਲਤੇ ਤੇ ਮੈਂ ਬੜਾ ਵੱਡਾ ਹੋ ਗਿਆ, ਮੈਂ ਤੇ ਫਿਰ ਉੱਥੇ ਦਾ ਉੱਥੇ ਹੀ ਆ। ਜੇ ਮੈਂ ਕੁਝ ਕਹਿ ਸਕਾਂ ਤੇ ਇਹ ਵੀ ਮਾਲਕ ਦੀ ਰਹਿਮਤ ਦੇ ਨਾਲ ਕਹਿ ਸਕਾਂਗਾ, ਅਦਰਵਾਈਜ਼ ਮੈਂ ਨਹੀਂ ਕਹਿ ਸਕਦਾ। ਕਿਉਂ? ਕਿ ਤੂੰ ਹੈ ਹੀ ਵੱਡਾ। ਆਖ ਥਕੇ ਕੀਮਤ ਨਹੀਂ ਪਾਈ। ਹੁਣ ਜੇ ਇੱਕ ਨਹੀਂ ਤੇ ਕਰੋ, ਚਲੋ ਸਾਰੇ ਜਣੇ ਹੀ ਰਲ ਕੇ ਕਰੀਏ। ਜੇ ਸਭ ਮਿਲ ਕੇ ਆਖਣ ਪਾਏ, ਜੇ ਸਾਰੇ ਜਣੇ ਮਿਲ ਕੇ ਵਡਿਆਈ ਕਰੀਏ ਉਹਦੀ, ਉਹਦੇ ਬਾਬਤ ਕਹੀਏ, ਉਹਨੂੰ ਬਿਆਨ ਕਰਨ ਦਾ ਯਤਨ ਕਰੀਏ, ਜਿਹੜਾ ਵਿਸਰ ਗਿਆ ਮੈਨੂੰ, ਤੇ ਉਹਨੂੰ ਕੋਈ ਫਰਕ ਨਹੀਂ ਵੱਡਾ ਨਾ ਹੋਵੇ। ਸਾਡੇ ਕਿਹਾ ਉਹਨੇ ਵੱਡਾ ਨਹੀਂ ਹੋਣਾ, ਤੇ ਜੇ ਅਸੀਂ ਕੁਝ ਨਹੀਂ ਕਿਹਾ ਤੇ ਉਹਨੇ ਛੋਟਾ ਨਹੀਂ ਹੋ ਜਾਣਾ, ਉਹਨੇ ਘੱਟ ਨਹੀਂ। ਉਹਦੀ ਅਗੰਮਤਾ ਜਿਹੜੀ ਹੈ, ਉਹਦੀ ਅਸੀਮਤਾ ਜਿਹੜੀ ਹੈ, ਉਹ ਇੰਨਾ enormous ਹੈ that nothing is gonna make any difference to him. ਹੁਣ ਇਹ ਗੱਲ ਮੈਨੂੰ ਕਿਉਂ ਸਮਝਾਈ ਜਾ ਰਹੀ ਹੈ? ਗੱਲ ਸ਼ੁਰੂ ਕੀਤੀ ਅਸੀਂ ਸੋਦਰ ਤੋਂ ਕਿ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ, ਸੱਚ ਹੈ ਭੀ ਹੋਸੀ ਜਾਏ ਨਾ। ਸ਼ੁਰੂ ਚ ਅਸੀਂ ਪੜਿਆ ਆਦ ਸੱਚ, ਜੁਗ ਆਦ ਸੱਚ, ਹੈ ਭੀ ਸੱਚ, ਸਾਰਾ ਪੜਿਆ। ਸਾਚਾ ਸਾਹਿਬ ਸਾਚ ਨਾ ਹੈ, ਉਹ ਵੀ ਪੜ ਕੇ ਆਏ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ, ਘਾਟ ਨਾ ਜਾਏ। ਇੰਨਾ ਵੱਡਾ ਹੈਸੀਅਤ ਦਾ ਮਾਲਕ ਤੇ ਮੈਨੂੰ ਮਾਏ ਮੇਰੀ ਇਹ ਅਕਲੇ, ਮੇਰੀ ਚੇਤਨਤਾ, ਉਹ ਮਾਈ ਕੌਨਸ਼ੀਅਸਨੈਸ, ਹਾਊ ਕਮ ਆਈ ਫੋਰਗੇਟ ਹਿਮ। ਤੁਰਿਆ ਜਾਂਦਾ ਪਿਆ, ਜੇ ਮੈਂ ਕਦੀ ਹੁਣੇ 2 ਘੜੀਆਂ ਲਾਵਾਂ ਕਿ ਮੈਂ ਦੇਖਾਂ ਕਿ ਕੌਣ ਹੈ ਜਿਹੜਾ ਮੈਨੂੰ ਮੇਰੀ ਸੌਰੀ ਆਈ ਗਾਟ ਡਿਸਟਰੈਕਟਡ। ਮੈਂ ਇਹ ਦੇਖਣਾ ਹੈ, ਮੈਂ ਤੁਰਦਾ ਪਿਆ ਵਾਂ, ਮੈਂ ਤੁਰਿਆ ਜਾ ਰਿਹਾ, ਮੈਨੂੰ ਇੱਕ ਗਰੀਬ ਦਿਖਿਆ, ਮੈਨੂੰ ਇੱਕ ਅਮੀਰ ਦਿਖਿਆ। ਅੱਜ ਸਵੇਰੇ ਮੈਂ ਨਿਕਲਿਆ ਵਾਂ ਤੇ ਇੱਕ ਵੱਡੀ ਗੱਡੀ ਦਿਖੀ ਹੈ, ਇੱਕ ਛੋਟੀ ਗੱਡੀ ਦਿਖੀ ਹੈ। ਥੋੜੀ ਦੇਰ ਅੱਗੇ ਗਿਆ ਵਾਂ ਤੇ ਦੋਵੇਂ ਇੰਪੈਕਟ ਚ ਫਸ ਗਈਆਂ, ਐਕਸੀਡੈਂਟ ਹੋਇਆ। ਤੇ ਮੈਂ ਕਹਿੰਦਾ ਇਹ ਤੇ ਡਿਜ਼ਰਵ ਕਰਦਾ ਸੀ ਕਿਉਂਕਿ ਬੜਾ ਤੇਜ਼ ਜਾ ਰਿਹਾ ਸੀ, ਕਟ ਇਨ ਕਰ ਰਿਹਾ ਸੀ, ਬਲਾ ਬਲਾ ਬਲਾ। ਇੱਕ ਨਿੱਕੀ 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 ਗੱਲ ਜਿਹੜੀ ਹੈ, ਜਿਸ ਤਰ੍ਹਾਂ ਆਪਾਂ ਸ਼ੁਰੂ ਚ ਗੱਲ ਤੁਰੀ ਹੈ ਕਿ ਜੇ ਨਿੱਕੀ ਨਿੱਕੀ ਗੱਲ ਨੂੰ ਦੇਖੀਏ ਤੇ ਇਟ ਸ਼ੁੱਡ ਮੀਨ ਅ ਲਾਟ। ਉਹਦੀ ਅਗੰਮਤਾ ਨੂੰ, ਉਹਦੀ ਵਡਿਆਈ ਨੂੰ I have to acknowledge, ਪਰ ਮੈਂ ਤੇ ਨਹੀਂ ਕਰਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਕਿਉਂ ਵਿਸਰੈ, ਮੈਂ ਕਿਉਂ ਭੁੱਲ ਜਾਵਾਂ। ਚਲੋ ਉਂਝ ਤੇ ਮੈਂ ਭੁੱਲ ਜਾਣਾ, ਪਰ ਹੁਣ ਤੇ ਮੈਂ ਚੇਤੇ ਕਰ ਲੈਣਾ right now because we are talking on the subject। ਫਿਰ ਉਹ ਇੰਨਾ ਵੱਡਾ ਹੈ ਕਿ ਉਹ ਮਰਦਾ ਨਹੀਂ, ਤੇ ਨਾ ਹੀ ਉਹਦਾ ਕੋਈ ਅਫਸੋਸ ਹੈ, ਕਿਉਂਕਿ ਜਿਹੜਾ ਮਰਦਾ ਹੈ ਉਹਦਾ ਅਫਸੋਸ ਹੁੰਦਾ ਹੈ। ਕੌਣ ਮਰਦਾ ਹੈ?
ਇੱਥੇ ਇੱਕ ਹੋਰ ਸਵਾਲ ਖੜਾ ਹੋ ਗਿਆ ਕਿ ਜੇ ਉਹ ਤੇ ਆਦਿ ਸੱਚ ਜੁਗਾਦ ਸੱਚ ਹੈ, ਉਹ ਤੇ ਹਰ ਵੇਲੇ ਹੈਗਾ, ਤੇ ਉਹ ਹੀ ਮੇਰੇ ਵਿੱਚ ਹੈ। ਤੇ ਮੈਂ ਜਦੋਂ ਕਹਿਣਾ ਮੇਰੇ ਸਾਥੀ ਦੇ ਵਿੱਚ ਵੀ ਹੋਈ ਹੈ, ਮੇਰੇ ਭਰਾ ਦੇ ਵਿੱਚ ਵੀ ਹੋਈ ਹੈ, ਮੇਰੇ ਦੋਸਤ ਦੇ ਵਿੱਚ ਵੀ ਹੋਈ, ਤੇ ਜਦੋਂ ਮੈਂ ਕਹਿਣਾ ਮੇਰਾ ਦੋਸਤ ਜਾਂ ਮੇਰਾ ਬੱਚਾ ਜਾਂ ਮੇਰਾ ਪਿਓ ਜਾਂ ਮੇਰੀ ਮਾਂ ਜਾਂ ਮੇਰਾ ਸਪਾਊਸ ਜਾਂ ਮੇਰੀ ਭੈਣ ਮਰ ਗਿਆ, ਉਹਦੇ ਵਿੱਚ ਵੀ ਤੇ ਉਹੀ ਸੀਗਾ। ਫਿਰ ਮਰਿਆ ਕੌਣ? ਥੋੜੀ ਜੀ ਅਗੇਨ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਜੇ ਰੱਬ ਜੀ ਨੇ ਉਹਦੀ ਇੱਕ ਕੁਆਲਿਟੀ, ਇੱਕ ਉਹਦੀ ਪਿਕੂਲੈਰਿਟੀ ਕਿ ਨਾ ਉਹ ਮਰਦਾ ਹੈ ਤੇ ਨਾ ਉਹਦਾ ਅਫਸੋਸ ਹੁੰਦਾ, ਸਗੋਂ ਉਹ ਦਿੰਦਾ ਰਹਿੰਦਾ, ਦਿੰਦਾ ਦੇ ਰਹਿੰਦੇ ਥੱਕ ਪਾਹੇ, ਤੇ ਉਹਦੀਆਂ ਚੀਜ਼ਾਂ ਜਿਹੜੀਆਂ ਨੇ ਮੁੱਕਦੀਆਂ ਨਹੀਂ, ਨਾ ਚੁੱਕੈ ਭੋਗ, ਘਟਦੀਆਂ ਹੀ ਨਹੀਂ, ਕੰਜ਼ੰਪਸ਼ਨ ਉਹਨਾਂ ਦੀ ਘਟਦੀ ਹੀ ਨਹੀਂ। ਅਸੀਂ ਕੰਜ਼ਿਊਮ ਕਰ ਕਰਕੇ ਥੱਕ ਜਾਂਦੇ ਹਾਂ, ਪਰ ਉਹ ਮੁੱਕਦੀਆਂ ਨਹੀਂ ਚੀਜ਼ਾਂ, ਉਹਦੀਆਂ ਦਾਤਾਂ ਨਹੀਂ ਮੁੱਕਦੀਆਂ। ਹੁਣ ਸਵਾਲ ਇਹ ਹੈ, ਵਾਪਸ ਆ ਜਾਈਏ ਕਿ ਜੇ ਦਾਤਾਂ ਨਹੀਂ ਮੁੱਕਦੀਆਂ ਤੇ ਇਹ ਜਿਹੜੀ ਮੇਰੀ ਕੋਈ ਦੁਨਿਆਵੀ ਰਿਸ਼ਤਾ ਜਿਹੜਾ ਮੈਨੂੰ ਰੱਬ ਜੀ ਨੇ ਦਿੱਤਾ, ਉਹ ਮੈਂ ਜੋੜ ਲਿਆ, ਉਹ ਮੇਰੇ ਕੋਲੋਂ ਵਿਛੜ ਗਿਆ, ਤੇ ਮੈਂ ਤੇ ਰੋ ਰੋ ਕੇ ਬੇਹਾਲ ਹੋ ਜਾਣਾ। ਮੈਂ ਤੇ ਸਾਰੀ ਉਮਰ ਦਾ ਰੋਣਾ ਪਾਲ ਲੈਣਾ। ਮਾਫ ਕਰਨਾ, ਗੁਰਬਾਣੀ ਦੀ ਐਨਕ ਦੇ ਨਾਲ ਉਹ ਕੀ ਕਹਿ ਰਿਹਾ? ਉਹ ਤੇ ਮਰਿਆ ਹੀ ਨਹੀਂ। ਜੇ ਉਹ ਉਹਦੇ ਵਿੱਚ ਸੀਗਾ ਤੇ ਫਿਰ ਉਹ ਕਿੱਦਾਂ ਮਰਿਆ? ਇਹ ਮਰਿਆ ਜਿਹੜੀ ਮੇਰੀ ਇਲੂਜਨ ਸੀਗੀ। ਇਹ ਮੇਰਾ ਭਰਾ ਹੈ, ਇਹ ਮੇਰੀ ਭੈਣ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਮਾਂ ਹੈ। ਇਹ ਮਾਇਆ ਦਾ ਛਲਾਵਾ ਸੀਗਾ ਜਿਹੜਾ ਮੈਂ ਐਨਕ ਲਾ ਕੇ, and this is the way the world is, ਇਹ ਰੱਬ ਜੀ ਨੇ ਇਹ ਪਰਪੰਚ, ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹਨੂੰ ਪਰਪੰਚ ਕਿਹਾ। ਇਸ ਪਰਪੰਚ में हर के नाम की वड्याई, मत को धरो गुमाना। किधरे कोई गलतफहमी च ना पै जाना। ये परपंच किया तो दापे, परपंच बहुत वारी आया। सो सच्चे नाम की वड्डा होने के कारण ना वो मरा है। मैं सिर्फ दिस इज एंटायरली अ टोटल ਉਹੀ ਜਿਹੜੀ ਵੀਰ ਜੀ ਹੋਣੇ ਕਿ ਅਸੀਂ ਇੱਕ ਇੱਕ ਲਫ਼ਜ਼ ਨੂੰ ਅਸੀਂ ਕੌਣ ਮਰਦਾ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰ, ਇਹ ਤੋਂ ਚਲਤ ਭਇਆ, ਇਹ ਤੇ ਉਹਦਾ ਖੇਡ ਹੈਗੀ, ਇਹਦੇ ਉਹਨੇ ਤਮਾਸ਼ਾ ਬਣਾਇਆ। ਪਰ ਸਾਰੇ ਜਨੇ ਬ੍ਰਹਮ ਗਿਆਨੀ ਯਾਨੀ ਕਿ ਗੁਰੂ ਨੂੰ ਮਿਲ ਕੇ ਵਿਚਾਰ ਕਰੋ ਇਸ ਬਾਰੇ, ਬਈ ਹੂ ਇਜ਼ ਪੈਸਡ ਅਵੇ, ਕੋਈ ਵੀ ਤੇ ਨਹੀਂ, ਇਹ ਤਾਂ ਰਚਨ ਰਚਿਆ ਕਰਤਾਰ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁੱਕੈ ਭੋਗ। ਹੁਣ ਮਰਦਾ ਵੀ ਨਹੀਂ, ਉਹਦਾ ਅਫਸੋਸ ਵੀ ਕੋਈ ਨਹੀਂ, ਦਿੰਦਾ ਵੀ ਪਿਆ, ਮੁੱਕਦੀ ਵੀ ਨਹੀਂ। ਇਹ ਸਾਰੀ ਉਹਦੀ ਅਗੰਮਤਾ ਦੀ ਗੱਲ ਹੋ ਰਹੀ ਹੈ। ਸਾਚਾ ਸਾਹਿਬ ਸਾਚੇ ਨਾਲ, ਸੱਚ ਨੂੰ ਮੈਂ ਕੀ ਸਮਝਦਾ? ਟਰੂਥਫੁਲਨੈਸ। ਇਸੇ ਤਰ੍ਹਾਂ ਬਾਣੀ ਦੇ ਵਿੱਚ ਸਿਨੋਨਿਮਸਲੀ ਬੜਾ ਕੁਝ ਸਮਝਣ ਵਾਲਾ ਹੈ। ਜਿਸ ਤਰ੍ਹਾਂ ਕੱਲ ਪਰਸੋਂ ਇੱਕ ਗੱਲ ਹੋ ਰਹੀ ਸੀ, ਅਸੀਂ ਜਹਾਜ਼ ਵਿੱਚ ਜਾ ਰਹੇ ਹਾਂ ਔਰ ਬਾਈ ਰੋਡ ਜਾ ਰਹੇ ਹਾਂ, ਤੇ ਮੇਰਾ GPS ਕਹਿ ਰਿਹਾ ਹੈ ਕਿ ਅਗਲਾ ਐਗਜ਼ਿਟ ਜਾਂ ਅਗਲਾ ਸ਼ਹਿਰ ਇੰਨੀ ਦੇਰ ਚ ਆਏਗਾ, ਤੇ ਮੈਂ ਆਪਣੇ ਫੋਨ ਤੇ ਕਹਿਣਾ ਕਿ ਮੈਂ ਜਿਹੜਾ ਅਗਲਾ ਸ਼ਹਿਰ ਹੈ ਇੰਨੀ ਦੇਰ ਚ ਆਉਣ ਵਾਲਾ। ਥੋੜਾ ਜਿਹਾ ਗੌਰ ਕਰਨ ਵਾਲੀ ਗੱਲ ਹੈ।
ਅੱਧਾ ਘੰਟਾ ਰਹਿ ਗਿਆ, ਮੈਂ ਲੈਂਡ ਕਰਨ ਵਾਲਾ ਲਾਸ ਐਂਜਲਸ ਔਰ ਸ਼ਿਕਾਗੋ ਆਉਣ ਵਾਲਾ ਹੈ। ਹੁਣ ਐਕਚੁਅਲੀ ਸ਼ਿਕਾਗੋ ਤੇ ਉੱਥੇ ਹੀ ਬੈਠਾ, ਮੈਂ ਪਹੁੰਚਣ ਵਾਲਾ ਵਾਂ ਨਾ। ਪਰ ਇਸ ਗੱਲ ਦਾ ਕਦੀ ਕੋਈ ਗਲਤਫਹਿਮੀ ਨਹੀਂ ਹੁੰਦੀ। ਐਮ ਆਈ ਮੇਕਿੰਗ ਸੈਂਸ? whenever we express ਕਿ ਮੈਂ ਪਹੁੰਚਣ ਵਾਲਾ ਜਾਂ ਫਲਾਣੀ ਜਗ੍ਹਾ ਆਉਣ ਵਾਲੀ ਹੈ, ਦੋਵਾਂ ਦੇ ਐਕਸਪ੍ਰੈਸ਼ਨ ਅਲੱਗ-ਅਲੱਗ ਨੇ ਪਰ ਮਹਿਣਾ ਸੇਮ ਹੈ, ਤੇ ਜਿਹਨੂੰ ਅਸੀਂ ਗੱਲ ਕਰਦੇ ਉਹਨੂੰ ਸਮਝ ਆ ਜਾਂਦੀ ਹਾਂ ਇਹ ਕਹਿ ਰਹੇ। ਜੇ ਮੈਂ ਕਹਿਣਾ ਕਿ ਸ਼ਿਕਾਗੋ ਆਉਣ ਵਾਲਾ ਹੈ, ਇਲੀਨੋਏ ਆਉਣ ਵਾਲਾ ਹੈ, ਤੇ ਸੁਣਨ ਵਾਲੇ ਨੂੰ ਸਮਝ ਆਉਂਦੀ ਹੈ ਹਾਂ ਇਹਦਾ ਮਤਲਬ ਹੈ ਅੱਧਾ ਘੰਟਾ ਰਹਿ ਗਿਆ, ਪਹੁੰਚ ਜਾਏਗਾ, ਪਰ ਮੈਂ ਕਿਹਾ ਨਹੀਂ ਹੈ। ਇਸੇ ਤਰ੍ਹਾਂ ਬਾਣੀ ਦੇ ਵਿੱਚ ਜਿਹੜੀ ਮੇਰੀ ਅੰਡਰਸਟੈਂਡੇਬਿਲਿਟੀ ਹੈ, ਅੰਡਰਸਟੈਂਡਿੰਗ ਹੈ, ਉਹ ਕਈ ਵਾਰੀ ਜਾਰਗੈਨਿਕਲੀ ਡਿਫਰੈਂਟ ਹੋ ਸਕਦੀ ਹੈ, ਪਰ ਬਾਣੀ is hinting at the same level. Does it make sense? चलिए आगे। Okay. So ਨਾਉ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕਿਆ ਭੋਗ, ਕਹਿੰਦੇ ਗੁਣ ਇਹੋ। ਕਿਹੜਾ ਗੁਣ ਹੈ ਉਹਦਾ? ਕਹਿੰਦੇ ਵੀ ਸਾਰਿਆਂ ਤੋਂ ਪਹਿਲੇ ਉਹਦਾ ਇੱਕ ਗੁਣ ਦੱਸੋ। ਕਹਿੰਦੇ ਜੀ ਸਭ ਤੋਂ ਵੱਡਾ ਗੁਣ ਹੈ ਹੋਰ ਨਾ ਹੀ ਕੋਈ, ਉਹਦੇ ਵਰਗਾ ਹੈ ਹੀ ਕੋਈ। ਇੱਕ ਹੈਗਾ ਕਿਧਰੇ ਹੋਰ, ਸੌਰੀ ਮੈਂ ਕਿਧਰੇ ਯਾਦ ਨਹੀਂ ਰਹਿੰਦਾ। ਹੋਰ ਸ਼ਰੀਕ ਹੋਵੇ ਕੋਈ ਤੇਰਾ, ਹਰਸਿੰਘ ਜੀ ਸ਼ਬਦ ਹੈਗਾ ਨਾ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਕਿਸ ਆਗੇ ਤੁਧ ਆਖਾਂ। ਤੇਰਾ ਕੋਈ ਸ਼ਰੀਕ ਹੈ ਹੀ ਨਹੀਂ। ਮੈਨੂੰ ਇੱਕ ਪੂਰਾ ਪੰਕਤੀ ਹੋਰ ਹੈ ਏਦਾਂ ਦੀ, ਬਿਲਕੁਲ ਨਾਲ ਲੱਗਦੀ ਹੈ। ਹਾਂ, ਤੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਮਨ ਮਾਹੀ ਆ ਗਿਆ ਸੀਗਾ। ਤੇਰਾ ਸ਼ਰੀਕ ਕੋ ਨਾਹੀ, ਜਿਸਨੂੰ ਲਵੈ ਲਾਏ ਸੁਣਾਇਆ। ਜਿਸਨੂੰ ਲਵੈ ਲਾਏ ਸੁਣਾਇਆ। ਤੇਰਾ ਕੋਈ ਕੰਪੈਰੇਬਲ ਬੰਦਾ ਹੀ ਨਹੀਂ ਹੈਗਾ ਜਿਹਨੂੰ ਮੈਂ ਤੇਰੇ ਵਰਗਾ ਕਹਿ ਸਕਾਂ, ਜਾਂ ਜਿਹਦੀ ਤੁਲਨਾ ਤੇਰੇ ਨਾਲ ਕਰ ਸਕਾਂ। ਤੂੰ ਆਪੇ, ਇਹ ਪੌੜੀ ਇੱਕ, ਤੂੰ ਆਪੇ ਆਪ ਮੈਂ ਪੇਜ ਦੱਸ ਦਿਆਂਗਾ ਹੁਣੇ। ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ। ਜਿਨੀ ਤੂੰ ਇੱਕ ਮਨ ਸੱਚ ਧਿਆਇਆ, ਤਿਨ ਕਾ ਸਭ ਦੁੱਖ ਗਵਾਇਆ। ਕੰਡੀਸ਼ਨਸ ਦੇਖੋ ਕਿੰਨੀਆਂ, ਐਫਟਰਮੈਥ। ਤੇਰਾ ਸ਼ਰੀਕ ਕੋ ਨਹੀਂ ਨਾਹੀਂ, ਜਿਸਨੂੰ ਲਵੈ ਲਾਏ ਸੁਣਾਇਆ। ਤੁਧ ਜੀਵੜ ਦਾਤਾ ਤੂੰ ਹੈ ਨਿਰੰਜਨਾ। ਨਿਰੰਜਨਾ ਦੇਖੋ ਕਿੱਦਾਂ ਬੁਲਾਉਂਦੇ ਨੇ ਪਿਆਰ ਦੇ, ਨਿਰਅੰਜਨ ਓਏ ਕਾਲਖ ਰਹਿਤਿਆ। ਇਹ ਪਿਆਰ ਦੇ ਨਾਲ ਕਿੱਦਾਂ ਬੁਲਾਈਦਾ। ਤੇ ਤੂੰ ਹੈ ਸੱਚ ਮੇਰੇ ਮਨ ਪਾਇਆ ਏ। ਕਹਿੰਦੇ ਤੂੰ ਸੱਚ ਮੇਰੇ ਮਨ ਨੂੰ ਚੰਗਾ ਲੱਗ ਗਿਆ ਯਾਰ। ਓਏ ਨਿਰੰਜਨਾ, ਤੇ ਸੱਚੇ ਮੇਰੇ ਸਾਹਿਬਾ, ਸੱਚੇ ਸੱਚ ਨਾਇਆ। ਇਹ ਜਿਹੜੀ ਗੱਲ ਆਪਾਂ ਸਾਰੇ ਸ਼ਬਦ ਦਾ ਜਿਹੜੀ ਗੱਲ ਕਰਦੇ ਆ ਰਹੇ ਹਾਂ, ਕੋਈ ਸ਼ਰੀਕ ਤੇਰਾ ਹੈ ਹੀ ਨਹੀਂ। ਇਹ ਪੇਜ ਨੰਬਰ ਨੋਟ ਕਰ ਲਓ ਜੀ, ਗੌੜੀ ਦੀ ਵਾਰ ਚ 301, ਜੇ ਕਿਸੇ ਨੂੰ ਚਾਹੀਦਾ ਹੋਵੇ ਤੇ, ਅਦਰਵਾਈਜ਼ ਇਟਸ ਫਾਈਨ। ਸੋ ਕਮਾਲ ਦੀ ਗੱਲ ਕਿ ਗੁਣ ਇਹੋ ਹੋਰ ਨਾ ਹੀ ਕੋਏ। ਇਹੀ ਗੁਣ ਹੈ ਬਸ ਤੇਰਾ, ਕਿ ਤੇਰੇ ਵਰਗਾ ਹੋਰ ਕੋਈ ਨਹੀਂ। ਹੋਰ ਕਿਹੜਾ ਗੁਣ ਹੈ? ਨਾ ਕੋ ਹੋਆ ਨਾ ਕੋ ਹੋਏ।
ਤੇਰੇ ਵਰਗਾ ਹੈ ਹੀ ਕੋਈ ਨਹੀਂ। ਗੱਲ ਹੋ ਰਹੀ ਹੈ ਕਿ ਮੈਂ ਇੰਨੇ ਗੁਣਾ, ਇਹ ਸਾਰੇ ਗੁਣ ਨੇ ਮਾਲਕ ਦੇ, ਉਹਦੀਆਂ ਪਿਕੂਲੈਰਿਟੀਜ਼। ਇਹੋ ਜਿਹੇ ਮਹਾਨ ਹਸਤੀ ਨੂੰ, ਜਿਹਨੂੰ ਕਿ ਜਿਹੜਾ ਕਿ ਮੈਨੂੰ ਇੰਨਾ ਨੇੜੇ ਹੋ ਕੇ ਮਿਲਦਾ ਏ, ਮੈਂ ਕਦੀ ਪਛਾਤਾ ਹੀ ਨਹੀਂ। ਤੇ ਜੇਵੜ ਆਪ ਤੇਵੜ ਤੇਰੀ ਦਾਤ। ਮੁੱਕਦੀ ਗੱਲ ਕੀ ਹੈ? ਤੂੰ ਜਿੰਨਾ ਆਪ ਵੱਡਾ ਹੈ ਨਾ, ਤੇਰੀਆਂ ਦਾਤਾਂ ਵੀ ਓਨੀਆਂ ਹੀ ਵੱਡੀਆਂ। ਸੋਚਿਆ ਕਦੀ? ਮੇਰਾ ਕੰਮ ਵਧੀਆ, ਮੇਰਾ ਕੰਮ ਹੈ ਤੇ ਮਾਲਕ ਨੇ ਦਿੱਤਾ। ਮੈਂ ਪਾਠ ਬੜਾ ਸੋਹਣਾ ਕਰਦਾ, ਮੈਂ ਕਰਦਾ। ਮਿੰਟ 'ਚ ਉਹਨੇ ਟੰਟਾ, ਮੇਰੇ ਘੰਟੀ ਦਬਾ ਦੀ ਤੇ ਮੇਰਾ ਤੇ ਟੰਟਾ ਹੀ ਮੁੱਕ ਜਾਣਾ। ਮੈਂ ਵਿਚਾਰ ਕਰਦਾ, ਮੈਂ ਕਰਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀਆਂ ਗੱਲਾਂ ਵੀ, ਜਿੰਨੀਆਂ ਸੋਚਾਂ ਵੀ ਮੈਂ ਫਸਟ ਪਰਸਨ 'ਚ ਸੋਚਦਾ, ਉਹ ਸਾਰੀਆਂ ਗਲਤ। ਉਹ ਮੇਰੇ ਕੋਲੋਂ ਕਰਵਾਉਂਦਾ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਜਿਉਂ ਤੂੰ ਕਰੇ, ਜੋ ਤੂੰ ਕਰੇ ਕਰਾਵੇਂ, ਸੁਆਮੀ ਸਾਬ ਮਸਲਤ ਪਰਵਾਨ। ਸਿੱਖ ਮਤ ਸਭ ਬੁੱਧ ਤੁਮਾਰੇ, ਸਭ। ਕਿੰਨਾ ਕੁਛ ਹੈਗਾ, ਕਿੰਨਾ ਭਰਿਆ ਪਿਆ। ਜੇਵੜ ਆਪ ਤੇਵੜ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ। ਮੈਂ ਚਾਹਾਂ ਕਿ ਘੜੀ ਦੀ ਸੂਈ ਫੜ ਕੇ, ਮੇਰੇ ਵਰਗਾ ਸੀ ਨਾ ਉਹ ਘੰਟਾ ਘਰ ਤੇ ਚੜ ਗਿਆ, ਕਹਿੰਦਾ ਦੇਖਦੇ ਆ ਅੱਜ ਅੱਗੇ ਟਾਈਮ ਕਿੱਦਾਂ ਹਿਲਦਾ। ਪਰ ਕੀ ਘੜੀ ਦੀ ਸੂਈ ਫੜ ਦੇਣ ਦੇ ਨਾਲ ਵਕਤ ਰੁਕ ਜਾਏਗਾ। ਐਂਡ ਬੜੀ ਮਜ਼ੇ ਦੀ ਗੱਲ ਹੈ, ਅਸੀਂ ਬੜੇ ਪਿਆਰ ਨਾਲ ਕਹਿੰਦੇ ਹਾਂ, ਜਦੋਂ ਅਸੀਂ ਬੈਠੇ ਹੋਣੇ ਨਾ ਚੱਕਲ ਕਰਨ ਲਈ, ਤੇ ਸਾਨੂੰ ਕੋਈ ਕਹਿੰਦਾ ਆਓ ਜੀ ਸੁਣਾਓ ਕੀ ਹਾਲ ਹੈ? ਬਸ ਜੀ ਟਾਈਮ ਪਾਸ ਹੋ ਰਿਹਾ। ਵਾਓ, ਬਸ ਜੀ ਟਾਈਮ ਪਾਸ ਕਰ ਰਹੇ ਹਾਂ। ਉਹਨੂੰ ਕੋਈ ਪੁੱਛਿਓ ਬੇਵਕੂਫਾ, ਤੂੰ ਕੌਣ ਹੁੰਦਾ ਟਾਈਮ ਨੂੰ ਪਾਸ ਕਰਨ ਵਾਲਾ? ਉਹ ਖੋਤਿਆ, ਟਾਈਮ ਤੈਨੂੰ ਪਾਸ ਕਰੀ ਜਾ ਰਿਹਾ। ਨਿੱਕੀ ਨਿੱਕੀ ਗੱਲ, ਟਾਈਮ ਮੈਨੂੰ ਪਾਸ ਕਰੀ ਜਾ ਰਿਹਾ, ਵਕਤ ਮੈਨੂੰ ਲੰਘਾਈ ਜਾ ਰਿਹਾ। ਬਾਲ ਜਵਾਨੀ ਔਰ ਬਿਰਧ ਖੁਨ ਤੀਨ ਅਵਸਥਾ ਜਾ। ਪਰ ਮੈਨੂੰ ਸਮਝ ਹੀ, ਮੈਂ ਇਹਨਾਂ ਦੇ ਵਿੱਚ ਹੀ ਫਸਿਆ ਪਿਆ। ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜ਼ਾਤ। ਕਮਜ਼ਾਤ ਕੌਣ ਹੁੰਦੇ ਨੇ? ਆਪਣੇ ਪਿੰਡਾਂ ਦੇ ਵਿੱਚ ਕਮੀ ਕਮੀਨ, ਨੀਵੀਂ ਜ਼ਾਤ ਵਾਲੇ। ਇਹ ਨੀਵੀਂ ਜ਼ਾਤ ਵਾਲਾ ਗੁਰਬਾਣੀ ਦੇ ਵਿੱਚ ਕੀ ਕਰ ਰਿਹਾ ਹੈ? ਜਿਸ ਤਰ੍ਹਾਂ ਬਿਹੇਵਰਲੀ, ਜਾਂ ਅਸੀਂ ਆਪਣੀ ਇੱਥੇ ਦੀ ਬਾਹਰਲੀ ਭਾਸ਼ਾ 'ਚ ਆਖੀਏ, ਜੇ ਜਿਹੜੇ ਹੋਮਲੈਸ ਨੇ ਨਾ, ਬੋ ਮਾਰਦੇ ਹੁੰਦੇ ਨੇ ਵਿਚਾਰੇ, ਉਹਨਾਂ ਨੂੰ ਅਸੀਂ ਕਦੀ ਉਦਾਂ ਹੀ ਘਰ ਲਿਆ ਕੇ ਤੇ ਆਪਣੇ ਲਿਵਿੰਗ ਰੂਮ 'ਚ ਜਾਂ ਫੈਮਿਲੀ ਰੂਮ 'ਚ ਬਿਠਾਉਣਾ ਚਾਹੁੰਦੇ ਹਾਂ। ਉਹਨਾਂ ਦੇ ਵਿੱਚ ਵੀ ਮਾਲਕ ਬੈਠਾ ਹੈ। ਮਾਫ ਕਰਨਾ, ਮੈਂ ਥੋੜੀ ਜੀ ਈਓ ਵਾਲੀ ਗੱਲ ਕਰ ਰਿਹਾ, ਇਲ ਫੀਲਿੰਗ ਹੈ, ਪਰ ਉਹ ਵਾਲੇ ਕਮਜ਼ਾਤ। ਜੇ ਮੈਂ ਰੱਬ ਨੂੰ ਵਿਸਾਰ ਦਿੱਤਾ, ਮੇਰੀ ਮਾਏ, ਉਹ ਮੇਰੀ ਚੇਤਨਤਾ, ਜੇ ਮੈਂ ਉਹਨੂੰ ਵਿਸਿਆ ਨਾ, ਤੇ ਮੈਂ ਉਹਨਾਂ ਨਾਲੋਂ ਘੱਟ ਨਹੀਂ ਹਾਂ। ਇਹ ਸੈਲਫ ਗ੍ਰੇਡਿੰਗ ਹੈ, ਸੈਲਫ ਇਵੈਲੂਏਸ਼ਨ। ਇਸ ਲੈਵਲ ਤੱਕ ਕਦੀ ਮੈਂ ਸੋਚਿਆ ਗੁਰਬਾਣੀ ਨੂੰ ਪੜ੍ਹ ਕੇ? ਤੇ ਜਿਸ ਤਰ੍ਹਾਂ ਸਨਾਤ ਬਾਹਮਣ ਦੇ ਵਿੱਚ ਉਚਲੀ ਕੋਟੀ ਦਾ ਬਾਹਮਣ ਤੇ ਵਿਚਕਾਰਲੀ, ਤੇ ਜਿੱਦਾਂ ਸਾਡੇ ਜ਼ਾਤਾਂ ਨੇ,
ਇਹ ਜੀ ਉੱਚੀ ਜ਼ਾਤ ਹੈ ਤੇ ਇਹ ਨੀਵੀਂ ਜ਼ਾਤ ਹੈ। ਸਨਾਤ ਕਹਿੰਦੇ ਨੇ ਨੀਵੀਂ ਜਾਤ ਨੂੰ, ਕਮਜ਼ਾਤ ਵੀ ਨੀਵੀਂ ਜ਼ਾਤ। ਪਰ ਕਮਜ਼ਾਤੀਆਂ ਦੇ ਵਿੱਚ ਵੀ ਸਨਾਤ ਜਿਹੜਾ ਏ ਉਹ ਫਰਦਰ ਮੋਰ, ਜਿਸ ਤਰ੍ਹਾਂ ਜਿਹੜਾ ਸ਼ੂਦਰ ਸੀਗਾ ਉਹ ਬਾਹਮਣ ਨੂੰ ਸੇਵਾ ਕਰਦਾ ਹੈ ਵਰਣ ਵੰਡ ਦੇ ਵਿੱਚ ਨਾ, ਮਨੂ ਦੇ ਹਿਸਾਬ 'ਚ ਸ਼ੂਦਰ is subservient to all the three castes, ਬਾਹਮਣ ਨਾਲ, ਖੱਤਰੀ ਨਾਲ, ਵੈਸ਼ ਨਾਲ, ਤਿੰਨਾਂ ਦੀ ਉਹ ਸੇਵਾ ਕਰਦਾ ਹੈ। ਜਿਹੜੇ ਸਨਾਤੀ ਨੇ ਉਹ ਸ਼ੂਦਰਾਂ ਦੀ ਸੇਵਾ ਕਰਦੇ, ਜਿਸ ਤਰ੍ਹਾਂ ਕਹਿੰਦੇ ਨੇ ਰਾਜਿਆਂ ਅੱਗੇ ਨੌਕਰ ਤੇ ਨੌਕਰਾਂ ਅੱਗੇ ਚਾਕਰ। ਇਹ ਜਿਹੜਾ ਸਨਾਤੀ ਹੈ ਉਹ ਚਾਕਰ ਹੈ, the lowest caste। ਤੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਮ ਤੋਂ ਬਗੈਰ ਨੇ ਨਾ, ਹੁਣ ਮੈਂ ਕਹਿੰਦਾ ਨਹੀਂ, ਮੈਂ ਤੇ ਨਾ ਪ੍ਰੋਬਲਮ ਮੇਰੀ ਪਤਾ ਕੀ ਹੈ ਕਿ ਜਦੋਂ ਵੀ ਕਿਧਰੇ ਗੱਲ ਆਉਂਦੀ ਤੇ ਮੈਂ ਐਕਚੁਅਲਾਈਜ਼ ਕਰਦਾ, ਆ ਨਹੀਂ ਮੈਂ ਠੀਕ ਹਾਂ, ਹਾਂ ਨਹੀਂ ਮੇਰੀ ਠੀਕ, ਕੋਈ ਮੇਰੀ ਤੇ ਨਹੀਂ ਠੀਕ ਹੈਗੀ, ਤਾਂ ਹੀ ਤੇ ਗੁਰੂ ਸਾਹਿਬ ਮੈਨੂੰ ਕਹਿ ਰਹੇ ਨੇ ਕਿ ਖਸਮ ਵਿਸਾਰ ਹੈ ਤੇ ਕਮਜ਼ਾਤ, ਕਮਜ਼ਾਤ ਮਾੜੀ ਜਾਤ ਵਾਲੇ, ਨਾਨਕ ਨਾਵੇਂ ਬਾਝ ਸਨਾਤ, ਸਨਾਤ ਇਜ਼ ਨੀਚ, ਟੋਟਲ ਕਮੀ ਕਮੀ। ਸੋ ਕਿਉਂ ਵਿਸਰੇ? ਸਾਰੇ ਦਾ ਸਾਰਾ ਸ਼ਬਦ, ਇਹ 4 ਬੰਦਾਂ ਦਾ ਸ਼ਬਦ ਹੈ। ਮੈਂ ਹੈਰਾਨ ਹਾਂ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਗੱਲ ਕੀਤੀ ਹੋਈ ਹੈ। ਔਰ ਗੁਰਬਾਣੀ ਦੇ ਵਿੱਚ ਜਦੋਂ ਹੁਣ ਮੇਰੀ ਨੀਵੀਂ ਜ਼ਾਤ ਦੀ ਗੱਲ ਆਏਗੀ ਜਾਂ ਕੁਛ ਹੋਰ ਏਦਾਂ ਦੀ ਕਈ ਗੱਲਾਂ ਆ ਜਾਂਦੀ, ਤੇ ਮੈਨੂੰ ਸਮਝਣਾ ਪਏਗਾ ਕਿ ਮੈਂ ਚਾਹੁੰਦਾ ਕੀ ਪਿਆ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਮੇਰੇ ਮਨ ਨਾਮ ਅੰਮ੍ਰਿਤ ਪੀਓ। ਹੁਣ ਅੰਮ੍ਰਿਤ ਕੋਈ ਪੀਣ ਵਾਲੀ ਚੀਜ਼ ਥੋੜੀ ਹੈ, ਜਾਂ ਨਾਮ ਕੋਈ ਪੀਣ ਵਾਲੀ ਚੀਜ਼ ਥੋੜੀ ਹੈ, ਪਰ ਮੈਨੂੰ ਇਹ ਸਮਝ ਆ ਜਾਂਦੀ ਹੈ ਕਿ ਮੈਂ ਇਹਨੂੰ ਇਨਕਲਕੇਟ ਕਰਨਾ। ਇਨਕਲਕੇਟ ਕਰਨ ਦਾ ਮਤਲਬ ਹੈ ਪੀਣਾ। ਸੋ always implicative ਮੈਨਾ ਕੀ ਹੈ, I have to understand। ਇਸ ਕਰਕੇ ਸਿਆਣਿਆਂ ਨੇ ਕਿਹਾ ਸੀ, ਗੋਰੇ ਇੱਥੇ ਬੜਾ ਮੰਨਦੇ ਨੇ ਤੇ ਅਸੀਂ ਵੀ ਮੰਨਣਾ ਸ਼ੁਰੂ ਕੀਤਾ ਹੋਇਆ ਹੈ। ਰੀਡ the lines is the first stage, read between the lines is the second stage, read behind the lines is the final stage। So far, what's my take now? Karsin ji, do you want to add anything first of all? ਫਿਰ ਆਪਾਂ ਟੇਕ ਲਈਏ ਸਾਰਿਆਂ ਨੇ। ਹਾਂਜੀ, ਜਿਹੜਾ ਹਵਾਲਾ ਬੰਦਿਆ ਕਿਤਾਬ ਗੱਲ ਕੀਤੀ ਸੀ, ਸਾਚਾ ਸਾਹਿਬ ਸਾਚੇ ਨਾਏ। ਹੁਣ ਸਾਚੇ ਨਾਏ ਕੀ ਹੈ? ਹੁਣ ਜੇ ਅਸੀਂ ਉਸ ਸਾਚੇ ਨਾਏ ਦੇ ਦਰਸ਼ਨ ਕਰਨੇ ਆ, ਸੋ ਹਾਊ ਵੀ ਕੈਨ ਡੂ ਦੈਟ? ਇਹ ਤਾਂ ਅਸੀਂ ਮਹਿਸੂਸ ਕਰ ਲਿਆ ਵੀ ਉਹ ਸਾਡਾ ਮਾਲਕ ਆ, ਉਹ ਸਾਡਾ ਸਾਹਿਬ ਆ, ਤੇ ਉਹਦੇ ਜਿਹੜੇ ਗੁਣ ਨੇ ਉਹ ਸੱਚੇ ਆ। ਸੋ ਹਾਊ ਆਈ ਕੈਨ ਅੰਡਰਸਟੈਂਡ or connect myself with his virtue? ਹੁਣ ਇੱਕ ਗੱਲ ਜਿਹੜੀ ਗੁਰੂ ਸਾਹਿਬ ਨੇ ਕੀਤੀ, ਜਿਸ ਪਾਤਸ਼ਾਹ ਨੇ, ਜਿਸ ਮੇਰੇ ਸਾਹਿਬ ਨੇ ਦਿਨ ਕਰਕੇ ਤੇ ਰਾਤ ਕੀਤੀ ਹੈ। ਦਿਨ ਹੋਣ ਵਾਸਤੇ ਚਾਨਣ ਚਾਹੀਦਾ ਤੇ ਰਾਤ ਵਾਸਤੇ ਹਨੇਰਾ ਚਾਹੀਦਾ। ਅੱਛਾ, ਹੁਣ ਚਾਨਣ ਵਾਸਤੇ ਇਹ ਜਿਹੜੀ ਨਿਰੰਕਾਰੀ ਸ਼ਕਤੀ ਹੈ, ਇਹਨੇ ਸੂਰਜ ਨੂੰ ਐਗਜ਼ਿਸਟ ਕੀਤਾ ਹੋਇਆ। ਦੂਜੇ ਬੰਨੇ ਜਿਹੜੀ ਧਰਤੀ ਆ ਉਹ ਕਿੱਦਾਂ ਰੋਟੇਟ ਕਰ ਰਹੀ ਹੈ। ਹਾਂਜੀ, ਜਿਹੜਾ ਉਹਦਾ ਪਾਸਾ ਸੂਰਜ ਵਾਲੇ ਪਾਸੇ ਹੁੰਦਾ ਉੱਧਰ ਚਾਨਣ ਹੁੰਦਾ, ਤੇ ਜਿਹੜਾ ਪਾਸਾ ਦੂਜੇ ਬੰਨੇ ਚਲੇ ਜਾਂਦਾ ਉੱਥੇ ਰਾਤ ਪੈ ਜਾਂਦੀ। ਇਹ ਸਾਰਾ ਕੁਝ ਕੌਣ ਕਰਨ ਡਿਆ? ਇਹ ਜਿਹੜਾ ਐਬਸੋਲੂਟ ਵਰਚੂ ਆ, ਜਿਹੜਾ ਸੱਚਾ ਨਾਮ ਆ, who is doing that? ਤੇ ਇਹ ਕਰੋੜਾਂ ਸਾਲਾਂ ਤੋਂ ਹੋ ਰਿਹਾ। ਕਰੋੜਾਂ ਸਾਲਾਂ ਦੀ ਗੱਲ ਕੀ, ਤਾਂ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਵੀ ਲੇਖਾ ਹੋਇਆ ਤਾਂ ਲਿਖੀਏ, ਲੇਖੇ ਹੋਏ ਵਿਨਾਸ਼।
ਜੇ ਪ੍ਰਮਾਤਮਾ ਦੀ ਗੱਲ ਲਿਖਣ ਦੀ ਕੋਸ਼ਿਸ਼ ਕਰੀਏ ਨੰਬਰਾਂ ਦੇ ਵਿੱਚ ਤੇ ਡਿਜਿਟ ਖਤਮ ਹੋ ਜਾਣਗੇ, ਪਰ ਉਹਦਾ ਲੇਖਾ ਅਜੇ ਵੀ ਬਾਕੀ ਹੋਏਗਾ ਕਰਨਾ। ਸੋ ਇਹ ਜਿਹੜੀ ਨਿਰੰਕਾਰੀ ਸ਼ਕਤੀ ਆ, ਇਹ ਦਿਖਾਈ ਦਿੰਦੀ ਹੈ ਨਾ ਜਦੋਂ ਦਿਨ ਚੜ੍ਹਦਾ ਤੇ ਰਾਤ ਪੈਂਦੀ ਹੈ। ਇਹ ਉਹਦਾ ਇੱਕ ਖਾਸ ਗੁਣ ਆ ਜਿਹੜਾ ਮਨੁੱਖ ਮਹਿਸੂਸ ਕਰ ਸਕਦਾ। ਹੋਰ ਵੀ ਜੀ ਤੁਸੀਂ ਉਹ ਬੰਦ ਤੁਸੀਂ ਮਿਸ ਕਰ ਗਏ ਸੀ। ਸੌਰੀ, ਤੁਸੀਂ ਇੱਕ ਬੰਦ ਸ਼ਾਇਦ ਮਿਸ ਕੀਤਾ ਸੀ, ਸਾਚੇ ਨਾਮ ਕੀ ਲਾਗੇ ਭੂਖ, ਹਾਂ ਸੌਰੀ ਹਾਂਜੀ, ਉਤ ਕਰ ਲਓ, ਭੂਖ ਹੈ ਖਾਏ ਕਾਹੇ ਚਲੀ। ਚਲੀ ਜਾਂਦੀ। ਹੁਣ ਦੇਖੋ ਵੀ ਭੁੱਖ ਹੁੰਦੀ ਆ ਡਿਜ਼ਾਇਰ, ਇੱਕ ਆਪਾਂ ਨੂੰ ਢਿੱਡ ਦੀ ਭੁੱਖ ਲੱਗਦੀ ਹੈ ਹਨਾ, ਤੇ ਕਈ ਵਾਰੀ ਭੁੱਖ ਇੰਨੀ ਪ੍ਰਬਲ ਹੁੰਦੀ ਆ ਕਿ ਮਨੁੱਖ ਖਾਣੇ ਨੂੰ ਜਾਂ ਫੂਡ ਨੂੰ ਕਿੱਦਾਂ ਕੁੱਦ ਕੇ ਪੈਂਦਾ ਹੈ, ਕਰੈਂਕੀ ਹੋਇਆ ਹੁੰਦਾ ਬੰਦਾ, ਖਾਈ ਕਿੱਦਾਂ ਜਾਂਦਾ। ਗਾਬਲ ਕਰਦਾ। ਸੋ ਹੁਣ ਇਹੋ ਜਿਹੀ ਭੁੱਖ ਕਿਸੇ ਮਨੁੱਖ ਨੂੰ ਲੱਗ ਜੇ ਪਰਮਾਤਮਾ ਦੀ ਯਾਦ ਦੀ, ਉਹਦੀ ਸਿਫਤ ਸਲਾਹ ਦੀ, ਗੁਰੂ ਦੇ ਸ਼ਬਦ ਦੀ ਭੁੱਖ ਜੇ ਕਿਤੇ ਮਨੁੱਖ ਨੂੰ ਲੱਗ ਜਾਵੇ, ਤੇ ਜੇ ਕੋਈ ਮਨੁੱਖ ਉਹਨੂੰ ਖਾ ਲਵੇ, ਆਪਣੀ ਭੁੱਖ ਪੂਰਤੀ ਕਰ ਲਵੇ। ਦੇਖੋ ਅਬ ਜੇ ਢਿੱਡ ਦੀ ਭੁੱਖ ਲੱਗਦੀ ਹੈ ਤੇ ਉਹ ਰੋਟੀ ਨਾਲ ਹੀ ਪੂਰੀ ਹੋਣੀ ਹੈ। ਹਾਂਜੀ, ਜੇ ਮਿੱਟੀ ਘੱਟਾ ਖਾਵਾਂਗੇ ਉਹਦੇ ਨਾਲ ਥੋੜਾ ਭੁੱਖ ਪੂਰੀ ਹੋ ਜਾਏਗੀ। ਜੇ ਪਾਣੀ ਪੀ ਲਈ ਉਹਦੇ ਨਾਲ ਕਿਤੇ ਭੁੱਖ ਥੋੜੀ ਹਟ ਜਾਏਗੀ। ਹਾਂਜੀ, ਅੱਛਾ ਹੁਣ ਇਹ ਜਿਹੜੀ ਭੁੱਖ ਆ, ਇਹ ਗੁਰ ਸ਼ਬਦ ਦੀ ਭੁੱਖ ਆ। ਅੱਛਾ, ਤੇ ਕਹਿੰਦੇ ਜੇ ਮੈਂ ਉਹ ਖਾਣਾ ਖਾ ਲਿਆ ਨਾ, ਗੁਰੂ ਦੇ ਸ਼ਬਦ ਰੂਪੀ ਬਾਣੀ, ਗੁਰਬਾਣੀ ਸ਼ਬਦ ਖਾ ਲਿਆ ਨਾ, ਖਾਏ ਉਹਦੇ ਖਾਣ ਨਾਲ ਮੇਰੀ ਜਿਹੜੀ ਭੁੱਖ ਆ ਉਤਰ ਜਾਏਗੀ, ਚੱਲੀਏ ਦੁੱਖ। ਜਿਹੜਾ ਦੁੱਖ ਆ ਨਾ, ਸੈਪਰੇਸ਼ਨ ਆਫ ਵਾਹਿਗੁਰੂ ਜੀ, ਉਹ ਮੇਰਾ ਖਤਮ ਹੋ ਜਾਏਗਾ। ਸੋ ਉਤ ਭੁੱਖੇ ਖਾਏ ਚੱਲੀਏ ਦੁੱਖ। ਜਦੋਂ ਕੋਈ ਮਨੁੱਖ ਗੁਰਬਾਣੀ ਰੂਪੀ ਭੋਜਨ ਨੂੰ ਖਾਏਗਾ ਤੇ ਉਹ ਭੁੱਖ ਜਿਹੜੀ ਉਹਦੀ ਉਤਰ ਜਾਏਗੀ, ਤੇ ਉਹਦੇ ਉਤਰ ਨਾਲ ਜਿਹੜਾ ਉਹਨੂੰ ਵਿਸਰੇ ਮਰ ਜਾਊਂ ਵਾਲਾ ਦੁੱਖ ਸੀ ਨਾ, ਉਹ ਹਟ ਜਾਏਗਾ। ਹੁਣ ਉਹ ਆਖਾਂ ਜੀਵਾ ਹੋ ਜਾਏਗਾ। ਹਾਂਜੀ, ਥੈਂਕ ਯੂ। ਸੌਰੀ ਜੀ, ਮੈਂ ਸਕਿਪ ਕਰ ਗਿਆ ਸੀ। ਇੱਕ ਖਿਆਲ ਰਹੇ ਕਿ ਦੁੱਖ ਜਦੋਂ ਵੀ ਆਉਣਾ ਹੈ ਨਾ, ਇੱਥੇ ਦੁੱਖ ਪਲੂਰਲ ਹੈ ਕਿਉਂਕਿ ਕੱਖੇ ਨੂੰ ਔਂਕੜ ਨਹੀਂ ਹੈ। ਇਹ ਸਾਰੇ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਆਤਮਕ ਦੁੱਖ ਦੀ ਗੱਲ ਹੈ। ਇਹ ਢਿੱਡ ਪੀੜ, ਸਿਰ ਪੀੜ, ਸਰੀਰਕ ਦੁੱਖ ਦੀ ਕੋਈ ਗੱਲ ਨਹੀਂ। ਔਰ ਇਹ ਵਿਛੋੜੇ ਵਾਲਾ ਦੁੱਖ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇਹ ਆਤਮਕ ਵਿਛੋੜੇ ਦਾ ਹੀ ਦੁੱਖ ਹੈ। ਠੀਕ ਹੈ ਜੀ, ਓਕੇ। ਨਾਓ ਰੀਅਲ ਕੁਇਕ ਆਪਾਂ ਗੱਲ ਕਰੀਏ ਕਿ ਵਾਟਸ ਮਾਈ ਟੇਕ, ਜਸਟ 1 ਲਾਈਨ, 2 ਲਾਈਨਸ or more, whatever. Who goes first? Pavanjeet. So Uncle Ji, I know a lot to digest. Of course, this is heavy stuff today. So are you telling us, I mean, of course we have to be conscious every single time, right? I mean, that's our goal. But like when we do our worldly things, how I mean, inside, like how do you become aware like 24/7? Is that something like it comes within? I feel today that I've made 2 steps, like I've gone like 1 step further and 2 step back. No, it's not that. Sorry. I know You that, complete. Go ahead. I know, but I'm just trying to express myself, right? I mean, a couple of things I'm like little confused. When I do something at work or something, I say like I did this, right? I know that I know consciously that I don't do things. He makes us do things. So how do I like bypass that and say, oh, Vaiguruji did it? I mean, It's unawareingly. It's unawareness. You're driving a car. You have car full of the friends, 3, 4 friends. You're talking, chatting, chuckling. Do you hit any other car? No. How do you know that you're driving car while you are I'm just aware of it.
That's it. Does that answer your question? Yeah. There we go. And then the second question I have is, Karaji's G just said separation of Vaheguru, right? The book. As Duk you do and more Book. part, Duk and book, as you do more part awareness, I'm assuming it will come within. Doing part What? No, your Duk and Book may remain. The need is, the word is, we talked about when Karji had Chitanta, consciousness, awareness. That's what you need to. If you're doing part but without awareness, useless. yes, I know If now. you are I mean, not I don't. doing part, but you are aware, then Say that again. If I'm doing part, but I'm not aware, if you are doing part without awareness, it's that in me. doesn't happen anymore. It's okay. Yeah, but what if you are doing part, but you are not aware? One. Number two, you are aware, but you are not doing part. Which one is good? You're doing part and you're not aware. That is good? No, there are two scenarios. Yeah, I know. It is. I No, mean, it's the you're second one. It's the I second one. know. You have to do part and you have to have the awareness, right? So, Predominantly you have to have. Predominantly. It's out the princess. Right? mhm. Okay. All set? Thank you. Anyone? 4G? Sorry, anyone? All of you. You have to. If there is a predicament or any perplexity, yes, we can talk about it. But what is my take? Let's start from the top. Amartya ji and Harjeet ji. ਮੇਰੇ ਹਿਸਾਬ ਨਾਲ ਜਿਸਨੇ ਸਾਨੂੰ ਸਭ ਕੁਝ ਦਿੱਤਾ ਹੈ ਜਿਸ ਤਰ੍ਹਾਂ ਕਿ ਵੀ ਰੱਬ ਨੇ ਸਭ ਕੁਝ ਸਾਨੂੰ ਦਿੱਤਾ ਹੈ ਦੁੱਖ ਸੁੱਖ ਸਭ ਲੇਕਿਨ ਉਸ ਨੂੰ ਕਿਉਂ ਵਿਸਰੀਏ ਸਾਨੂੰ ਕੋਈ ਜ਼ਰਾ ਜੀ ਗਿਫਟ ਛੋਟੀ ਜੀ ਗਿਫਟ ਦਿੰਦਾ ਅਸੀਂ ਉਸ ਦਾ 10 ਵਾਰ ਥੈਂਕ ਯੂ ਕਰਦੇ ਹਾਂ ਇਸ ਤਰ੍ਹਾਂ ਰੱਬ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ ਹੈ ਤਾਂ ਉਸ ਨੂੰ ਆਪਣੇ ਧਿਆਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਨਾ ਜਿਸ ਤਰ੍ਹਾਂ ਕਿ ਵੀ ਰੱਬ ਦੇ ਬਾਰੇ ਅਸੀਂ ਨਹੀਂ ਜਾਣ ਸਕਦੇ ਉਹ ਇਤਨੀ ਅੱਛੀ ਚੀਜ਼ ਹੈ ਅਸੀਂ ਉਸ ਦੇ ਬਾਰੇ ਬਿਲਕੁਲ ਨਹੀਂ ਜਾਣ ਸਕਦੇ ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚ ਪੜ੍ਹਿਆ ਸੀ ਕਿ ਜਪੀ ਤਪੀ ਸਾਰਿਆਂ ਨੇ ਲਗਾਈ ਪੁੱਠੇ ਲਟਕੇ ਟੂ ਫਾਈਂਡ ਆਊਟ ਵੀ ਰੱਬ ਕਿੱਥੇ ਹੈ ਕਿ ਕਿਸ ਤਰ੍ਹਾਂ ਦਾ ਹੈ ਉਹ ਨਹੀਂ ਲਗਾ ਸਕੇ ਲੇਕਿਨ ਸਾਨੂੰ ਆਪਣੇ ਅੰਦਰ ਫੀਲਿੰਗ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਵੀ ਇਸ ਤਰ੍ਹਾਂ ਦਾ ਇੱਕ ਇੱਛਾ ਹੋਣੀ ਚਾਹੀਦੀ ਹੈ ਕਿ ਵੀ ਹਮੇਸ਼ਾ ਸਾਨੂੰ ਯਾਦ ਰਹੇ ਹਮੇਸ਼ਾ ਸਾਡੇ ਦਿਮਾਗ ਵਿੱਚ ਰਹੇ ਭੁੱਲੇ ਨਾ ਸਾਨੂੰ ਵਿਸਰੇ ਨਾ Thank you. Nice. Amartya ji. Yeah, बस यही है नाम की उस परमात्मा ਨੂੰ ਵਿਸਰਨਾ ਨਹੀਂ ਚਾਹੀਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਜਿਹੜਾ ਸਭ ਕੁਝ ਦਿੰਦਾ ਹੈ ਸਭ ਕੁਝ ਕਰਦਾ ਹੈ ਤੇ ਹਮੇਸ਼ਾ ਉਸ ਨੂੰ ਯਾਦ ਕਰੋ ਦੀ ਕੀਮਤ ਜਿਹੜੀ ਹੈ ਉਹ ਵੀ ਸਾਨੂੰ ਨਹੀਂ ਪਤਾ ਕੀ ਦਿੰਦਾ ਹੈ ਕੀ ਨਹੀਂ ਦਿੰਦਾ ਸਾਰਿਆਂ ਨੂੰ ਕਿਸੇ ਨੂੰ ਘੱਟ ਦੇ ਰਿਹਾ ਕਿਸੇ ਨੂੰ ਜ਼ਿਆਦਾ ਦੇ ਰਿਹਾ ਬਟ ਸ਼ੁਕਰ ਕਰਨਾ ਚਾਹੀਦਾ ਹੈ ਕਿ ਜੋ ਵੀ ਹੈ ਆਪਣੇ ਅਵੇਅਰਨੈਸ ਹੀ ਸਾਨੂੰ ਉਹਦਾ ਨਾਮ ਜਪਣਾ ਚਾਹੀਦਾ ਹੈ ਸ਼ੁਕਰ ਕਰਨਾ ਚਾਹੀਦਾ Excellent. Thank you. Amarjeet ji. Hanji, it's basically a couple of lines. Surat हमेशा जुड़िया रहना चाहिए, consciousness होना चाहिए. हालांकि असी संसार ते असी जब बीतते हैं कम करते हैं, we keep forgetting, but conscious हमेशा सुर जुड़िया हुए. You have to bring back. You have to bring back. Keep doing that. That way, one day you will become conscious all the time while you're walking or while you're doing adari. But keep it in mind that he is there always. Thank you, ji. Very good. Harpreet ji.
ਉਹੀ ਸਾਨੂੰ ਹਮੇਸ਼ਾ ਕੌਨਸ਼ੀਅਸ ਰਹਿਣਾ ਚਾਹੀਦਾ ਹੈ ਕਿ ਤੇ ਪਿਆਰ ਹੋਣਾ ਚਾਹੀਦਾ ਆਪਣੇ ਪ੍ਰਭੂ ਨਾਲ ਕਿ ਚੇਤਨ ਨਹੀਂ ਵੀ ਹੋ ਕੇ ਲਾਈਕ ਐਵਰੀ ਟਾਈਮ ਵੀ ਹੈਵ ਟੂ ਥਿੰਕ ਅਬਾਊਟ ਹਿਮ ਹਰ ਵੇਲੇ ਉਹਨਾਂ ਦੀ ਯਾਦ ਹੋਣੀ ਚਾਹੀਦੀ ਹੈ ਤੇ ਆਪਣਾ ਸੈਲਫ ਇਵੈਲੂਏਸ਼ਨ ਕਰਨਾ ਚਾਹੀਦਾ ਹੈ ਕਿ ਕਦੋਂ ਅਸੀਂ ਅਲਰਟ ਹਾਂ ਕਿ ਨਹੀਂ ਹਾਂ ਫਰਮ ਇਨਸਾਈਡ ਕਿ ਕਿਧਰ ਅਸੀਂ ਗਲਤ ਸਟੈਪ ਤੇ ਨਹੀਂ ਚੁੱਕ ਰਹੇ ਜਾਂ ਸਾਨੂੰ ਉਹਨਾਂ ਦੀ ਯਾਦ ਭੁੱਲਦੇ ਨਹੀਂ ਰਹੀ ਹਮੇਸ਼ਾ ਅਸੀਂ ਜੁੜੇ ਹੋਏ ਹਾਂ ਉਹਨਾਂ ਦੇ ਨਾਲ ਵੈਰੀ ਗੁੱਡ ਥੈਂਕ ਯੂ ਜੀ ਰਵਦੀਪ ਐਂਡ ਰਸ਼ਮੀ ਹਾਂਜੀ couple of things in ਪਹਿਲਾ ਕਿ ਉਸਦੀ ਵਡਿਆਈ ਬਹੁਤ ਵੱਡਾ ਹੈ ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚ ਵੀ ਬਹੁਤ ਸਾਰੀ ਪੌੜੀਆਂ ਹਨ ਅਮੁੱਲ ਗੁਣ ਬਹੁਤਾ ਕਰਮ ਲਿਖਿਆ ਨਾ ਜਾਏ ਤੇ ਉਸਦੀ ਵਡਿਆਈ ਬਹੁਤ ਹੈ ਅਸੀਂ ਅੰਤ ਨਹੀਂ ਪਾ ਸਕਦੇ ਬਟ ਜਿੰਨਾ ਵੀ ਅਸੀਂ ਉਸਦੇ ਗੁਣ ਵੱਡੇ ਬਹੁਤ ਸਾਰੇ ਗੁਣਾਂ ਵਿੱਚੋਂ ਜਿੰਨੇ ਵੀ ਗੁਣ ਲੈ ਸਕਦੇ ਹਾਂ ਅਸੀਂ ਉਨਾ ਹੀ ਲੈਣਾ ਹੈ ਤੇ ਦੂਸਰਾ ਹਮੇਸ਼ਾ ਅੱਖਾਂ ਜੀਵਾਂ ਵਿਸਰੇ ਮਜੋਂ ਈਵਨ ਦੋ ਜਿਸ ਤਰ੍ਹਾਂ ਕਾਰਜ ਅੰਕਲ ਨੇ ਬੋਲਿਆ ਕਿ ਉਸ ਦਾ ਅਵੇਅਰਨੈਸ ਤੇ ਰਹਿਣਾ ਬਹੁਤ ਮੁਸ਼ਕਿਲ ਹੈ ਅੱਖ ਨੋਖਾ ਸੱਚ ਨਾ ਹੋ ਬਟ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੈ ਕਿ ਉਸ ਵਿੱਚ ਉਸ ਅਵੇਅਰਨੈਸ ਮੇਨਟੇਨ ਰਹਿਣਾ ਅਸੀਂ ਮੇਬੀ ਅਵੇਅਰਨੈਸ ਆ ਜਾਾਂਗੇ ਬਟ ਫਿਰ ਦੁਬਾਰਾ ਟੁੱਟ ਜਾਾਂਗੇ ਤੇ ਉਹ ਕੋਸ਼ਿਸ਼ ਕੰਟੀਨਿਊਸਲੀ ਅਵੇਅਰਨੈਸ ਵਿੱਚ ਰਹਿਣਾ ਹੀ ਸਾਡਾ ਡੇਲੀ ਉਸਦਾ ਨਾਮ ਲਾਂਗੇ ਗੁਣ ਕਰਦੇ ਰਹਾਂਗੇ ਅਵੇਅਰਨੈਸ ਦੀ ਸਟਾਰਟਿੰਗ ਵਿੱਚ 0 1 2 3 ਨਾਲ ਕੰਟੀਨਿਊਸਲੀ ਫਿਰ ਉਹ बढ़ता ਰਹੇਗਾ ਆਸਤੇ ਆਸਤੇ ਵੈਰੀ ਗੁੱਡ ਰਸ਼ਮੀ ਮੈਨੂੰ ਮੈਂ ਮੰਨੀ ਚ ਇੱਕ ਇਹ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਬੋਲਿਆ ਕਿ ਵਿਸਰਿਆ ਮਰ ਜਾਓ ਅਸੀਂ ਆਤਮਿਕ ਜੀਵਨ ਤੋਂ ਮਰ ਜਾਵਾਂਗੇ ਮਰੇ ਹੋਏ ਹਾਂ ਪਰ ਮੈਨੂੰ ਰਿਅਲਾਈਜ਼ ਨਹੀਂ ਹੈ ਕਿ ਮੈਂ ਮਰੀ ਹੋਈ ਹਾਂ ਲਾਈਕ ਉਹ ਫੀਲਿੰਗ ਹੀ ਨਹੀਂ ਆਉਂਦੀ ਕਿ ਅਸੀਂ ਆਤਮਿਕ ਜੀਵ ਰੱਬ ਨਾਲ ਨਹੀਂ ਜੁੜਿਆ ਤੇ ਅਸੀਂ ਮਰੇ ਹੋਏ ਹਾਂ ਬਾਹਰੋਂ ਅਗਰ ਸਾਨੂੰ ਸਰੀਰਕ ਦੁੱਖ ਹੁੰਦਾ ਹੈ ਤੇ ਸਾਨੂੰ ਇੱਕਦਮ ਪਤਾ ਚੱਲ ਜਾਂਦਾ ਹੈ ਪਰ ਉਹ ਅੰਦਰ ਰਿਅਲਾਈਜ਼ ਕਰਨਾ ਬੜਾ ਜ਼ਰੂਰੀ ਹੈ ਕਿ ਤੁਸੀਂ ਰੱਬ ਨਾਲ ਵਿਸਰੇ ਹੋ ਤੇ ਤੁਹਾਡਾ ਅੰਦਰੋਂ ਤੁਸੀਂ ਦੁਖੀ ਹੋ I think ਪਹਿਲੇ ਉਹ ਸਮਝਣਾ ਮੈਨੂੰ ਉਹ ਸਮਝਣਾ ਕਿ ਮੈਂ ਡਿਫਰੈਂਸ ਪਤਾ ਕਰਨਾ ਹੈ ਕਿ ਮੈਂ ਕਦੋਂ ਰੱਬ ਨਾਲ ਜੁੜ ਰਹੀ ਹਾਂ ਔਰ ਮੈਨੂੰ ਖੁਸ਼ੀ ਮਿਲ ਰਹੀ ਹੈ ਕਦੋਂ ਮੈਂ ਵਿਸਰ ਰਹੀ ਹਾਂ ਤੇ ਮੈਨੂੰ ਦੁੱਖ ਮਿਲ ਰਿਹਾ ਉਹ ਹੀ ਨਹੀਂ ਸਮਝ ਆਉਂਦਾ ਥੈਂਕ ਯੂ ਵੀਨਾ ਜੀ ਹਾਂਜੀ ਲਾਈਕ ਸਾਰਿਆਂ ਨੇ ਕਿਹਾ ਹੈ ਕਿ ਵੀ ਉਹਦੇ ਡੋਮੇਨ 'ਚ ਰਹਿਣਾ ਤੇ ਹਮੇਸ਼ਾ ਜੋ ਮਰਜ਼ੀ ਤੁਸੀਂ ਕਰੋ ਉਹਦੇ ਸ਼ੁਕਰਾਨੇ 'ਚ ਤੇ back of the mind in the your subconscious mind always ਕਿਉਂਕਿ ਪਾਠ ਕਰਦਿਆਂ ਵੀ ਕੁਛ ਬਾਣੀ ਪੜ੍ਹਦਿਆਂ ਵੀ ਤੁਹਾਡਾ ਮਾਈਂਡ ਜਿਹੜਾ ਹੈ ਨਹੀਂ ਲੱਗਦਾ ਕਈ ਵਾਰ ਬਹੁਤ it jumps from one thing to another ਤੇ ਉੱਥੇ ਉਹਦੇ ਤੇ ਕੰਟਰੋਲ ਕਰਨਾ I think it's all practice ਤੇ ਆਪਣੇ ਨੂੰ ਕੌਨਸ਼ੀਅਸ ਵਿੱਚ ਰਹਿਣਾ ਕਿ ਬਈ ਰੱਬ ਹੀ ਉਸ ਦਾ ਸ਼ੁਕਰਾਨੇ ਵਿੱਚ ਰਹਿਣਾ ਮੈਨੂੰ ਤਾਂ ਸਭ ਤੋਂ ਵੱਡੀ ਗੱਲ ਵੀ ਤੇ ਸ਼ੁਕਰਾਨੇ ਵਿੱਚ ਹੀ ਜਿਹਨੇ ਸਭ ਕੁਝ ਦਿੱਤਾ ਹੈਗਾ ਤੇ ਜਦ ਉਹਦੇ ਸ਼ੁਕਰਾਨੇ 'ਚ ਨਹੀਂ ਤੇ ਉਹ it's just like being ਉਹਦਾ ਨਾਂ ਭੁੱਲ ਜਾਣਾ ਇਹਦਾ ਮਤਲਬ ਉਹਦਾ ਸ਼ੁਕਰਾਨਾ ਨਹੀਂ ਹੈ ਤੇ ਹਰ ਵਕਤ ਉਹਦਾ ਸ਼ੁਕਰਾਨਾ ਜਿਹਨੇ ਸਭ ਕੁਝ ਦਿੱਤਾ ਹੈ ਵੈਰੀ ਗੁੱਡ ਥੈਂਕ ਯੂ ਸੋਨਲ ਜੀ unmute my intake is that I'm very grateful to God like Karaj uncle just made me aware कि मैंने उन्हें भूख है and I'm very like happy about myself कि I'm going to that path so that's my intake that I'm leading the right path that's my intake thank you Pupinder ji Anji my take is that I need to be awake I need to be aware I need to be conscious in my mind I got to be mindful and I need to be connected with God and with the connection I must be
grateful and thankful for all the gifts and benevolence that I'm getting from him, because without the connection, life will be painful and sinful. And that is why we have the night. I think Din Raat we talked about. The night, the daytime is where we do the action. And I think the nighttime is where we need to do the reflection. मैं की किता ते कीनी किता ते की करना चाहिए थी. And with that, I think we will probably strengthen our bandwidth with God and then live a more peaceful and meaningful life. Thank you. Very good. Raminder ji, would you want to say some or still an observer? Let me be observer for now. Thank you. No problem. Parminder, so is Gulshan ji, right? Gulshan ji? All right. Parminder ji. जी माइंड टेक इज के इंसान जिहड़ा ह्यूमन बॉडी है या ह्यूमन ब्रेन है ये बड़ा इनक्विजिटिव रहता है हमेशा कोई ना कोई चीज़ इनू पता लग जाए सही तो ये उहदे दुआले हो जाता है कि मार्स साढ़े तो किन्ने 1000 माइल्स ते हैगा या किन्ने ग्रह हैगे या ह्यूमन बॉडी के अंदर किन्ने सैल है या किन्ने DNA है ਇਹਦੀ ਇੱਕ ਟੈਂਡੈਂਸੀ ਇਹ ਪਤਾ ਲਗਾਉਣ ਦੇ ਚੱਕਰ ਦੇ ਵਿੱਚ ਰਹਿੰਦਾ ਹੈ ਆਦਿ ਕਾਲ ਤੋਂ ਰਿਸ਼ੀ ਮੁਨੀਆਂ ਨੇ ਵੀ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਮਾਪਣਾ ਚਾਹਿਆ ਪਰ ਉਹ ਕਿਸੇ ਵੀ ਮਾਪਦੰਡ ਦੇ ਵਿੱਚ ਆ ਹੀ ਨਹੀਂ ਸਕਦਾ ਤੇ ਜਪਜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਹਿਤਾ ਕਿ ਇਸ ਚੱਕਰਾਂ ਦੇ ਵਿੱਚ ਤੂੰ ਨਾ ਪੈ ਉਹਨੂੰ ਮਾਪਣ ਦੀ ਉਹਨੂੰ ਤੋਲਣ ਦੀ ਬਜਾਏ ਇਹਦੇ ਤੂੰ ਉਹਦੀ ਰਹਿਮਤ ਦਾ ਪਾਤਰ ਬਣ ਕੇ ਉਹਦੀ ਬਖਸ਼ਿਸ਼ ਨੂੰ ਗ੍ਰਹਿਣ ਕਰ ਹੁਣ ਜਿੱਦਾਂ ਮੇਰੇ ਭੈਣਾਂ ਤੇ ਵੀਰਾਂ ਨੇ ਗੱਲ ਕੀਤੀ ਕਿ ਜੇ ਪਾਠ ਵਾਲੀ ਗੱਲ ਚੱਲੀ ਸੀ ਹੁਣ ਸਾਡੇ ਦਿਸ ਇਜ਼ ਐਂਟਾਇਰਲੀ ਲਿਟਲ ਬਿਟ ਡਿਫਰੈਂਟ ਫਰਮ ਦ ਸਬਜੈਕਟ ਕਿ ਪਾਠ ਚੇਤਨਤਾ ਦੇ ਨਾਲ ਕਰਨਾ ਚਾਹੀਦਾ ਜਾਂ ਅਨਚੇਤਨਤਾ ਦੇ ਨਾਲ ਕਰਨਾ ਚਾਹੀਦਾ ਹੁਣ ਜਿੱਦਾਂ ਬੱਚਾ ਇੱਕ ਬਾਈਸਾਈਕਲ ਚਲਾਉਂਦਾ ਹੈ ਤੇ ਸਟਾਰਟਿੰਗ ਦੇ ਵਿੱਚ ਉਹਨੂੰ ਅਸੀਂ ਟ੍ਰੇਨਿੰਗ ਵੀਲ ਲੱਗੇ ਹੁੰਦੇ ਆ ਦੋਨਾਂ ਸਾਈਡਾਂ ਤੇ ਹੌਲੀ ਹੌਲੀ ਜਦੋਂ ਟ੍ਰੇਨਿੰਗ ਵੀਲ ਲਾਉਂਦੇ ਆ ਤੇ ਬੱਚਾ ਕਹਿੰਦਾ ਵੀ ਮੇਰੇ ਡੈਡ ਨੇ ਪਿੱਛੋਂ ਮੈਨੂੰ ਫੜਿਆ ਤੇ ਡੈਡ ਕਹਿੰਦਾ ਚੱਲ ਚੱਲ ਪੁੱਤਰ ਕੋਈ ਗੱਲ ਨਹੀਂ ਤੂੰ ਮਾਰ ਪੈਡਲ ਦੇਖੀ ਜਾਏਗੀ ਮੈਂ ਤੇਰੇ ਪਿੱਛੇ ਹਾਂ ਤੇ ਇਸੇ ਤਰ੍ਹਾਂ ਹੌਲੀ ਹੌਲੀ ਜਦੋਂ ਪਾਠ ਦੀ ਆਦਤ ਜਿਹੜੀ ਹੈ ਉਹ ਅਗਰ ਤੁਹਾਨੂੰ ਨਹੀਂ ਵੀ ਸਮਝ ਆ ਰਿਹਾ ਜਾਂ ਉਹ ਤੁਹਾਡੇ ਚੇਤਨਤਾ ਦੇ ਵਿੱਚ ਨਹੀਂ ਵੀ ਆ ਰਿਹਾ ਤੇ ਯੂ ਸ਼ੁਡ ਕੀਪ ਟਰਾਈਂਗ ਇਟ ਟਿਲ ਦ ਟਾਈਮ ਯੂ ਗੈਟ ਦ ਜ਼ੈਸਟ ਆਫ ਇਟ ਤੇ ਗੁਰਬਾਣੀ ਤੇ ਇੰਨੀ ਡੂੰਘੀ ਹੈ ਕਿ ਹਰ ਇੱਕ ਕਿਉਂਕਿ ਅਗਰ ਮੈਂ ਇੱਕ 25 ਦਾ ਸਟੂਡੈਂਟ ਹੈ ਜਾਂ 10th ਗ੍ਰੇਡ ਦਾ ਸਟੂਡੈਂਟ ਹੈ ਮੇਰੀ ਆਬਜ਼ਰਵਮੈਂਟ ਉਨੀ ਨਹੀਂ ਹੋ ਸਕਦੀ ਜਿੰਨੀ ਇੱਕ PhD ਸਕਾਲਰ ਦੀ ਹੋ ਸਕਦੀ ਹੈ ਜਾਂ ਸਬਜੈਕਟ ਦੇ ਵਿੱਚ ਕਿਤਾਬ ਉਹੀ ਹੈ ਲੇਕਿਨ 10th ਗ੍ਰੇਡ ਦੇ ਵਿੱਚ ਵੀ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਾਈ ਜਾਂਦੀ ਹੈ ਤੇ MA PhD ਦੇ ਵਿੱਚ ਵੀ ਅੰਮ੍ਰਿਤਾ ਪ੍ਰੀਤਮ ਪੜ੍ਹਾਈ ਜਾਂਦੀ ਹੈ ਲੇਕਿਨ ਉਹ ਜਿਹੜੀ ਉਸ ਚੀਜ਼ ਨੂੰ ਐਨਾਲਾਈਜ਼ ਕਰਨ ਦੀ ਇੱਕ 10th ਗ੍ਰੇਡ ਦੇ ਬੱਚੇ ਦੀ ਮਾਈਂਡ ਜਿਹੜਾ ਹੈ ਉਹਨਾਂ ਡਿਵੈਲਪ ਨਹੀਂ ਹੁੰਦਾ ਜਾਂ ਉਸ ਤੇ ਥੀਸਿਸ ਉਹ ਆਪਣੇ ਹਿਸਾਬ ਨਾਲ ਨਹੀਂ ਲਿਖ ਸਕਦਾ ਉੱਥੇ ਸਿਰਫ ਇੱਕ ਪੈਰਾਗ੍ਰਾਫ ਐਸੇ ਹੀ ਲਿਖਤਾ ਬਜਾਏ ਇੱਕ PhD ਸਟੂਡੈਂਟ ਦੇ ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਦੀ ਇੱਕ ਪੰਕਤੀ ਹੈ ਕਹਿੰਦੇ ਕਬੀਰ ਕੇਸ਼ੋਂ ਕੇਸ਼ੋਂ ਕੂਕੀਏ ਨਾ ਸੋਈਏ ਆਸਾ ਦਿਵਸ ਰਹਿਣ ਕੇ ਕੂਕਨੇ ਕਬੇ ਤਾਂ ਸੁਣੇ ਪੁਕਾਰ ਜੇ ਮੈਨੂੰ ਪਾਠ ਨਹੀਂ ਵੀ ਆਉਂਦਾ ਜੇ ਮੈਂ ਮੇਰੀ ਚੇਤਨਤਾ ਉਹਦੇ ਵਿੱਚ ਨਹੀਂ ਜੁੜਦੀ ਲੇਕਿਨ ਮੈਨੂੰ ਫਿਰ ਵੀ ਉਸ ਮਾਰਗ ਤੇ ਚੱਲਦੇ ਹੋਏ ਉਹਦੀ ਸਲਾਹ ਉਸਤਤ ਮੈਨੂੰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਮੇਰੇ ਜਿਹੜਾ ਇੱਕ ਸਟੈਪ ਮੈਂ ਚੱਲਿਆ ਹੈ ਤੇ ਵਾਹਿਗੁਰੂ ਨੇ ਕਰੋੜਾਂ ਸਟੈਪ ਲਾਗੇ ਆ ਕੇ ਮੈਨੂੰ ਚੱਕ ਲੈਣਾ ਤੇ ਬਸ ਮੌਕਾ ਇਹ ਹੈ ਕਿ ਮੈਨੂੰ ਉਹ ਜਿਹੜਾ ਪਹਿਲਾ ਸਟੈਪ ਹੈ ਆਈ ਹੈਵ ਟੂ ਟੇਕ ਇਟ ਕਮਿੰਗ ਬੈਕ ਟੂ ਦ ਸ਼ਬਦ ਜਿਹੜੀ ਅਸੀਂ ਕਰਦੇ ਹਾਂ ਮੈਂ ਪਹਿਲੇ ਜਾਪ ਸਾਹਿਬ ਪੜ੍ਹਦਾ ਸੀਗਾ ਤੇ ਇਹਦੇ ਵਿੱਚ ਆਈ ਨੋ ਇਟਸ ਨਾਟ ਇਨ ਗੁਰੂ ਗ੍ਰੰਥ ਸਾਹਿਬ ਪਰ ਅਗਰ ਅਸੀਂ ਸ਼ੁਰੂ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾ ਕਮਾਲ ਬਾਣੀ ਲਿਖੀ ਹੈ ਇਹਦੇ ਵਿੱਚ ਕਹਿੰਦੇ ਚੱਕਰ ਚਿੰਨ ਔਰ ਬਰਨ ਜਾਤ ਔਰ ਪਾਤ ਨਹੀਂ ਨਿਜੈ ਰੂਪ ਰੰਗ ਔਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਕੋਈ ਵੀ ਉਹਦੀ ਉਪਮਾ ਕਰ ਹੀ ਨਹੀਂ ਸਕਦਾ ਨਾ ਉਹਦਾ ਰੂਪ ਹੈ ਨਾ ਰੇਖ ਹੈ ਉਹ ਫਿਰ ਗਾਂ ਚੱਲ ਕੇ ਉਹਨਾਂ ਨੇ ਇਸ ਅਲੇਖ ਹੈ ਅਪੇਖ ਹੈ ਅਨਾਮ ਹੈ ਅਠਾਮ ਹੈ ਨਿਰਸਰੀਕ ਹੈ
अनेक है फिर एक है, मतलब ਇੰਨੀ ਉਸਤਤ ਉਹਨਾਂ ਦੀ ਕੀਤੀ ਹੈ ਪਰਮਾਤਮਾ ਦੀ, ਔਰ ਐਂਡ ਦੇ ਵਿੱਚ ਉਹਨਾਂ ਨੇ ਕਹਿਤਾ ਹੈ ਕਿ ਉਹ ਸਾਰਿਆਂ ਦੇ ਵਿੱਚ ਹੈ ਔਰ ਐਂਡ ਦੇ ਵਿੱਚ ਉਹ ਫਿਰ ਇੱਕ ਹੈ। ਤੇ ਇਸ ਜਿਹੜਾ ਵਨਨੈਸ ਦੇ ਉੱਤੇ ਗੁਰੂ ਸਾਹਿਬ ਨੇ ਇੰਨਾ ਥਰਸਟ ਕਰਕੇ ਸਾਨੂੰ ਜਪਜੀ ਸੋਦਰ ਔਰ ਅੱਗੇ ਚੱਲ ਕੇ ਵੀ ਐਮਫੇਸਾਈਜ਼ ਕਰਦੇ ਆ, ਉਹ ਸਿਰਫ ਇੱਕ ਇਸੇ ਕਰਕੇ ਕਿਉਂਕਿ ਉਸ ਵੇਲੇ ਦਾ ਜਿਹੜਾ ਐਟਮੋਸਫੇਅਰ ਸੀਗਾ ਜਿਹਦੇ ਵਿੱਚ ਡਿਫਰੈਂਟ ਭਗਵਾਨ ਹੁੰਦੇ ਸੀਗੇ, ਸੱਤਵੇਂ ਆਸਮਾਨ ਹੁੰਦੇ ਸੀਗੇ, ਅੱਲਾ ਹੁੰਦਾ ਸੀਗਾ ਤੇ ਉਹਨਾਂ ਦਾ ਧਰਮ ਵੱਖਰਾ ਸੀ, ਆਪਸ ਦੇ ਵਿੱਚ ਲੜਦੇ ਸੀਗੇ, ਤੇ ਜਿਹੜਾ ਉਹ ਝਗੜਾ ਮੁਕਾ ਕੇ ਇੱਕ ਏਕਮਕਾਰ ਦੀ ਉਹਨਾਂ ਨੇ ਜੋਤ ਸਾਨੂੰ ਦਿੱਤੀ ਹੈ। ਤੇ ਆਈ ਥਿੰਕ ਵੀ ਸ਼ੁੱਡ ਆਲਵੇਜ਼ ਥਰਸਟ ਔਨ ਦੈਟ ਪਾਰਟ। ਔਰ ਗੁਰੂ ਸਾਹਿਬ ਨੇ ਇਸ ਸ਼ਬਦ ਰਾਹੀਂ ਵੀ ਸਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੀ ਜਿਹੜੀ ਉਪਮਾ ਹੈ ਉਹ ਮਹਾਨ ਹੈ, ਉਹਨੂੰ ਅਸੀਂ ਕਿਸੇ ਵੀ ਯਾਨੀ ਕਿ ਸਾਡਾ ਜਿਹੜਾ ਹਿਊਮਨ ਬ੍ਰੇਨ ਹੈ ਉਹਦੀ ਪਾਰ ਨਹੀਂ ਪਾ ਸਕਦਾ। ਤੇ ਵਾਹਿਗੁਰੂ ਜੀ ਭਲਾ ਜੀ ਦਾ ਦੇਖੇ। ਦੋ ਤਿੰਨ ਗੱਲਾਂ ਜ਼ਿਹਨ ਚ ਆਈਆਂ ਸੀਗੀਆਂ ਬਿਫੋਰ ਵੀ ਕਨਕਲੂਡ। ਸਾਡੇ ਦਿਮਾਗ ਚ ਆਉਂਦਾ ਪਤਾ ਨਹੀਂ ਅਸੀਂ ਕਰ ਸਕਾਂਗੇ ਕਿ ਨਹੀਂ, ਉਹ ਇਟਸ ਵੈਰੀ ਟੀਡੀਅਸ। So never forget that it's a game of snake and ladder. पौड़ी चढ़नी है ते सप ने डंग मारना है। I have to start again and keep climbing the पौड़ियां। एक दूसरा, ਜਿਹੜੀ ਗੱਲ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਕਹੀ, ਕਹਿੰਦੇ ਜਿਨ ਸ਼ੁਕਰ ਕਰਨਾ ਉਹਦਾ, ਜਿਨ ਜਿਉ ਪਿੰਡ ਮੁਖ ਨਕ ਦਿਆ ਵਰਤਨ ਕੋ ਪਾਣੀ, ਤੇ ਅੰਨ ਖਾਣਾ ਕੱਪੜ ਪਹਿਨਣ ਦਿਆ ਰਸ ਅੰਨ ਪੋਗਾਣੀ, जिन दिए सो चित न आवे पशु हों कर जाने। ख्याल रहे, जिन दिए सो चित न आवे पशु हों कर, अपने आप नू एनीमैलिटी दे लैवल ते ले जाके एनालिसिस करी। ਚੇਤਨਤਾ ਦੀ ਜਿਹੜੀ ਗੱਲ ਸੀ ਗੁਰਬਾਣੀ ਦੇ ਵਿੱਚ ਇੱਕ ਪੂਰਾ ਸ਼ਬਦ ਹੈ, ਨੋਟ ਕਰ ਛੱਡੋ ਉਹਨੂੰ, ਤੁਸੀਂ ਆਪਣੇ ਆਪ ਰੀਡ ਕਰਨਾ। ਮਨ ਰਾਮ ਨਾਮਾ ਬੇਧੀਅਲੇ, ਜੈਸੇ ਜੇ ਕਿਸੇ ਨੂੰ ਪੇਜ ਨੰਬਰ ਆ ਜਾਏ ਤੇ ਉਹ ਦੱਸ ਦੇਵੇ। ਮਨ ਰਾਮ ਨਾਮਾ ਬੇਧੀਅਲੇ ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਲੱਭਿਆ ਰਵਦੀਪ? ਹਾਂਜੀ 972 972। ਇਹ ਸਾਰੇ ਦਾ ਸਾਰਾ ਸ਼ਬਦ ਧਿਆਨ ਦੇ ਲਈ ਹੈ, ਅਵੇਅਰਨੈਸ ਲਈ ਹੈ। ਇੱਕ ਅਖੀਰ ਤੇ ਕਹਿੰਦੇ ਨੇ ਕਹਿਤ ਨਾਮ ਦਿਓ ਸੁਨੋ ਤਲੋਚਨ ਬਾਲਕ ਪਾਰਨ ਪੌੜੀ ਵਾਲੇ, ਬੱਚੇ ਨੂੰ ਕ੍ਰਿਬ ਦੇ ਵਿੱਚ ਪਾਇਆ ਹੋਇਆ ਮਾਂ ਨੇ, ਤੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ। ਕਿੱਦਾਂ ਆਪਣੀ ਜਿਸ ਤਰ੍ਹਾਂ ਮੋਨੀ ਨੇ ਸਵਾਲ ਵੀ ਪਾਇਆ ਸੀ ਕਿ ਸਾਰੇ ਕੰਮ ਕਰਦੇ ਹੋਏ you still can be aware of whatever you want. I'm not saying of ਵਾਹਿਗੁਰੂ, because you want ਕਿ ਤੁਹਾਡਾ ਧਿਆਨ ਜਿਹੜਾ ਬੱਚੇ 'ਚ ਰਵੇ, ਬੱਚੇ 'ਚ ਰਹੇਗਾ। You want ਤੁਹਾਡਾ ਧਿਆਨ ਤੁਹਾਡੀ ਮੀਟਿੰਗ 'ਚ ਹੈਗਾ, very important meeting, ਉਹਦੇ 'ਚ ਹੋਏਗਾ। So whatever you want to focus at, you can be. Any questions before we conclude? नहीं जी, चलो। रश्मि जी, unmute. रश्मीत, वाहिगुरु
ਉਦਾਮੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, सत संतोख विचारो। अमृत नाम ठाकुर का पयो, जिसका सबसे आधारो। जेको खावे जेको पहुंचे, तिसका होए उदारो। ए वस्त तजी न जाई, नित नित रख उरतारो। तम संसार चरण लग तरिए, सब नानक ब्रह्म पसारो। श्लोक महला पंजवा। तेरा कीता जातो नाही, मैनू जोग कितोई। मैं निर्गुण आरे को गुण नाही, आपे तरस प्योई। तरस पिया मैं रहमत होई, सतगुर सज्जन मिलया। नानक नाम मिले ता जीवा, तन मन थी वह हरिया। तरस पिया मैं रहमत होई, सतगुर सज्जन मिलया। नानक नाम मिले ता जीवा, तन मन थी वह हरिया। वाहिगुरु 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 वाहिगुरु। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਖਾਣੇ ਦੀ ਤੇ ਪੁੰਚਣੇ ਦੀ ਗੱਲ ਇੱਥੇ ਵੀ ਆ ਗਈ ਦੁਬਾਰਾ। ਚਲੋ